वाहेगुरु जी का खालसा वाहेगुरु जी की फतेह। सतगुरां दी पावन गोद विच बैठ के शाम दे दीवाना दा निगमन रही। गुरु प्यारी साध संगत जियो, आओ इस समय नूं सतगुरां दे प्रेम दे विच सफला बनाइए। गुर इतिहास जी की पावन कथा विचों आप जी ने सरवण किया। जदों शरधा वाले सिद्धां ने आपा गुरु नानक पातशाह नूं समर्पित कर दिता, हंकार दे भरे सिद्ध गुरु नानक साहब जी दे सामने आके वड्डियां वड्डियां गल्लां करदे ने। आखदे आ तपा जी तुहाडे कोल ज्ञान दीयां ही गल्लां ने, जे कुछ कर सकदे हो ते साडीआं इन्हां चीज़ां नूं रोक के विखाओ। करामातां दे नाल उन्हां ने आपो अपना समान झंडी वरागण चिमटा सब कुछ आसमान विच ही उड़ा दिता। टिचरा कर करके गुरु नानक साहब जी के सामने हसदे ने। दीन दुनिया के मालक संजम विच आके मुस्कुरा रहे हैं। आखिरकार जदों हंकार दे मद माते सिद्ध ना हटे, गुरु बाबा जी ने अपनी खुड़ाम नूं हुक्म कीता है, जाओ इन्हां दे हंकार दी गर्द ला दिओ। चरनां विचों उड़ के कौस आसमान वल गई। करामातां दे नाल उड़ाइयां हुईयां सिद्धां दीयां चीज़ां नूं निर्जान करके धरती ते सुट रही है। इधरों सिद्ध भी अपने मंत्रां दे नाल सिद्धि दा जोर लाउंदे ने भी गुरु बाबा जी दी खड़ाम साडीआं इन्हां चीज़ां ते असर ना करे। पर गुरु बाबा जी दे चलाए हुए अस्त्र खाली किवें जाण। इन्हां सारे प्रसंगां नूं आप जी ने बड़े विस्तार सहित सरवण कीता है। आओ कुछ समा मनचित बिरतियां नूं एकाग्रचित बनाइए। प्रेम दी पाओ सांझ, गज वज के आखो जी सतनाम श्री वाहिगुरु साहिब जी। सतनाम श्री लक्ष परमान अज्ञान पैसो ज्ञान जैसे, करुण निधान संत दोखी पैरे सात है। भाई बाला जी ये पावन कथा सुना रहे ने। आखदे ने जिस वेले सिद्धां दा हंकार हद्दां तोड़ गया, गुरु नानक पातशाह जी ने अपनी सुभावक रसना तो अपना बचन आखिया खड़ाम उस वेले उड़ गई। हुण सतगुरां दे बचन ते इदां ने जिवें निशाने उत्ते तीर वजदा है, हनेरे उत्ते चानण होवे, अज्ञान उत्ते ज्ञान होवे, किसी दुश्मने उत्ते वैरी उत्ते माड़े अंसर दे उत्ते साधु दा वार होवे। इस तरीके नाल सतगुरां दी खड़ाव ने जा करके सिद्धां दियां सिद्धियां खड़ा दित्तियां। अपनी तरफ तो पूरा पूरा जोर ला रहे ने, गुरुआं पीरां नूं धिआउंदे, पर सारे दे सारे हंकारी बेबस हुंदे जांदे ने। पापन पै नाम जप
ਦੁਵੈਤ ਪੈ ਭਗਤ ਜੈਸੇ ਅਜਾ ਕੇ ਨਿਕਟ ਬ੍ਰਿਕ ਜਾਤ ਨਾ ਦੜਾਤ ਹੈ। ਜਿਵੇਂ ਬੱਕਰੀ ਬਘਿਆੜ ਦੇ ਨੇੜੇ ਨਹੀਂ ਬਹਿ ਸਕਦੀ, ਗੁਰੂ ਨਾਨਕ ਸਾਹਿਬ ਜੀ ਦੇ ਖੜਾਬ ਦੇ ਨੇੜੇ ਕਹਿੰਦੇ ਸਿੱਧਾਂ ਦੀ ਚਲਾਈ ਹੋਈ ਸਿੱਧੀ ਨਾਲ ਕੋਈ ਵੀ ਚੀਜ਼ ਨਹੀਂ ਡਿੱਗਦੀ, ਪਹਿਲਾਂ ਹੀ ਡਿੱਗ ਪੈਂਦੀ ਹੈ। ਉਹ ਉਡਾਉਂਦੇ ਨੇ ਸੱਜੇ ਖੱਬੇ ਵੀ ਗੁਰੂ ਨਾਨਕ ਸਾਹਿਬ ਜੀ ਦੀ ਖੜਾਬ ਤੋਂ ਸਾਡੀਆਂ ਕਰਾਮਾਤਾਂ ਬਚੀਆਂ ਰਹਿਣ ਤੇ ਕਿਸੇ ਨਾ ਕਿਸੇ ਤਰੀਕੇ ਦੁਆਰਾ ਇਹਨਾਂ ਦੀ ਖੜਾਮ ਸੁੱਟੀ ਜਾਏ। ਮੰਤਰ ਪੜ੍ਹੇ ਜਾਂਦੇ ਆ, ਪਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਖੜਾਬ ਕਹਿੰਦੇ ਕੱਲੇ ਕੱਲੇ ਸਿੱਧ ਦੀ ਚੀਜ਼ ਨੂੰ ਧਰਤੀ ਤੇ ਲਿਆ ਸੁੱਟ ਜਾਂਦੀ ਆ, ਫੇਰ ਉੱਡ ਜਾਂਦੀ ਹੈ। ਜਿਵੇਂ ਅਸਮਾਨ ਵਿੱਚ ਕੋਈ ਜਹਾਜ਼ ਉੱਡਦਾ, ਕੋਈ ਡਰੋਨ ਉੱਡਦਾ, ਗੁਰੂ ਬਾਬਾ ਜੀ ਦੀ ਖੜਾਬ ਏਦਾਂ ਜਾ ਕੇ ਸਿੱਧਾਂ ਦੀਆਂ ਸਿੱਧੀਆਂ ਨੂੰ ਬਖੇਰ ਰਹੀ ਹੈ, ਖਿਲਾਰ ਰਹੀ ਹੈ। ਜਿਵੇਂ ਜਿਵੇਂ ਕਿਸੇ ਸਿੱਧ ਦਾ ਸਮਾਨ ਧਰਤੀ ਤੇ ਡਿੱਗਦਾ ਹੈ, ਕਹਿੰਦੇ ਹੰਕਾਰ ਡਿੱਗ ਪੈਂਦਾ, ਬੇਵੱਸ ਹੋ ਜਾਂਦੇ ਹਨ। ਤੈਸੀ ਕੋ ਸਤਾਏ ਵਿੱਚ ਲਾਇ ਕੇ ਸ਼ਕਤ ਸਭ ਮਾਰ ਮਾਰ ਡਰ ਕੋ ਧੀਰ ਨਾ ਤਰਤ ਹੈ। ਸਤਿਗੁਰਾਂ ਦੀ ਖੜਾਵ ਨੇ ਮਾਰ ਮਾਰ ਕੇ ਉਹਨਾਂ ਚੀਜ਼ਾਂ ਨੂੰ ਇਕੱਠਿਆਂ ਕਰ ਦਿੱਤਾ। ਜਿਸ ਜਿਸ ਸਿੱਧ ਦੀ ਵਸਤੂ ਧਰਤੀ ਤੇ ਡਿੱਗਦੀ ਹੈ, ਸ਼ਰਮਿੰਦੇ ਹੋ ਕੇ ਬੈਠੇ ਨੇ, ਜ਼ੋਰ ਨਹੀਂ ਚੱਲਦਾ, ਕਿਉਂਕਿ ਕਰਾਮਾਤ ਨਾਲ ਉਹਨਾਂ ਨੇ ਚੀਜ਼ਾਂ ਉਡਾਈਆਂ ਸੀ। ਗੁਰੂ ਸਾਹਿਬ ਨੇ ਖੜਾਮ ਨਾਲ ਕਰਾਮਾਤਾਂ ਹੀ ਬੋਲੀਆਂ, ਵਿਹਲੇ ਕਰਕੇ ਬਿਠਾਤੇ। ਜਦੋਂ ਸਿੱਧਾਂ ਦੀਆਂ ਸਿੱਧੀਆਂ ਜਾ ਰਹੀਆਂ ਨੇ, ਬਾਕੀ ਹੱਸਦੇ ਆ ਵੀ ਅਜੇ ਤੱਕ ਖੜਾਵ ਸਾਡੀਆਂ ਵਸਤੂਆਂ ਤੱਕ ਨਹੀਂ ਪਹੁੰਚੀ। ਕਿਸੇ ਦੀ ਬਰਾਗਣ, ਕਿਸੇ ਦੀ ਕੰਬਲੀ, ਕਿਸੇ ਦੀ ਮ੍ਰਿਗਸ਼ਾਲਾ ਧਰਤੀ ਤੇ ਡਿੱਗਦੀ ਆ, ਮੁੜ ਕੇ ਉੱਡਣ ਜੋਗੀ ਨਹੀਂ ਰਹੀ। ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲਾਂ ਦੀ ਤਰ੍ਹਾਂ ਬੈਠ ਕੇ ਆਨੰਦ ਵਿੱਚ ਮੁਸਕਰਾਉਂਦੇ ਹਨ। ਕਬਿਤ ਜਾਂ ਕੀ ਸ਼ਕਤ ਥੀ ਤਾਂ ਕੇ ਆਗੇ ਜਾਏ ਪਰੇ ਨੀਚੇ ਨੈਣ ਲਜਤ ਹੈਵ ਉੱਚੇ ਨਾਨੇ ਹਰੀਏ। ਜਿਸ ਵੇਲੇ ਸਤਿਗੁਰਾਂ ਦੀ ਖੜਾਵ ਨੇ ਸਾਰੇ ਸਿੱਧਾਂ ਦੀਆਂ ਸਿੱਧੀਆਂ ਖਾਲੀ ਕਰਤੀਆਂ, ਜ਼ੋਰ ਸਭ ਨੇ ਲਾਇਆ ਜੀ ਵੀ ਸਾਡੀ ਵਰਾਗਣ, ਸਾਡੀ ਮਾਲਾ ਉੜਦੀ ਰਵੇ, ਪਰ ਤਾਰਨ ਵਾਲਾ ਵੱਡਾ ਹੈ, ਉਡਾਉਣ ਵਾਲਾ ਨਹੀਂ, ਲਾਉਣ ਵਾਲਾ ਵੱਡਾ ਹੈ। ਜਦੋਂ ਸਿੱਧੀਆਂ ਆ ਕੇ ਪੈਰਾਂ ਵਿੱਚ ਡਿੱਗ ਪਈਆਂ, ਸਿੱਧ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਆ, ਸਤਿਗੁਰਾਂ ਵੱਲ ਵੇਖਦੇ ਨਹੀਂ, ਸ਼ਰਮ ਆਉਂਦੀ ਹੈ। ਜਦੋਂ ਹੰਕਾਰ ਵਿੱਚ ਮਨੁੱਖ ਵੱਡੀਆਂ ਵੱਡੀਆਂ ਗੱਲਾਂ ਤੇ ਵੱਡੇ ਵੱਡੇ ਵਾਅਦੇ ਕਰਦਾ ਹੈ, ਮੁੜ ਕੇ ਜਿਨ੍ਹਾਂ ਨੂੰ ਮਾੜਾ ਬੋਲਿਆ ਹੁੰਦਾ ਤੇ ਉਹਨਾਂ ਤਾਈਂ ਕੰਮ ਪੈ ਜੇ ਤੇ ਫਿਰ ਸ਼ਰਮਿੰਦਾ ਹੁੰਦਾ। ਗੁਰੂ ਨਾਨਕ ਸਾਹਿਬ ਨੂੰ ਆਖਦੇ ਸੀ, ਤਪਾ ਜੀ ਤੂੰ ਤੇ ਸਿਰਫ ਬੋਲ ਹੀ ਸਕਦਾ, ਤੇਰੇ ਕੋਲ ਤੇ ਬੋਲੀਆਂ ਹੀ ਨੇ, ਗੱਲਾਂ ਬਾਤਾਂ ਹੀ ਨੇ। ਸਾਡੀਆਂ ਕਰਾਮਾਤਾਂ ਸਾਹਮਣੇ ਤੈਨੂੰ ਹਾਰ ਜਾਣਾ ਪਏਗਾ। ਜਾਂ ਕਰਾਮਾਤ ਵਿਖਾ, ਜਾਂ ਗੁਰੂ ਗੋਰਖ ਦੇ ਪੈਰੀ ਲੱਗ, ਤੇ ਜਾਂ ਫਿਰ ਮੌਤ ਕਬੂਲ ਹੈ। ਪਰ ਅੱਜ ਉਹ ਇਹ ਗੱਲਾਂ ਕਰਨ ਵਾਲੇ ਸ਼ਰਮਿੰਦੇ ਹਨ, ਸ਼ਰਮਸ਼ਾਰ ਹੋਏ ਬੈਠੇ ਆ। ਕਹਿੰਦੇ ਬਾਕੀ ਸਿੱਧ ਬਹੁਤ ਖੁਸ਼ ਨੇ। ਭਾਈ ਬਾਲਾ ਤੇ ਭਾਈ ਮਰਦਾਨਾ ਜੀ ਆਖਦੇ, ਕਹਿੰਦੇ ਸਾਨੂੰ ਚਾਅ ਬੜਾ ਸੀ, ਕਿਉਂਕਿ ਸਾਨੂੰ ਹੀ ਤੇ ਨੀਚਾ ਵਿਖਾਉਂਦੇ ਸੀ, ਅਸੀਂ ਬੜੇ ਪ੍ਰਸੰਨ ਹੋਏ। ਰਾਰ ਮੈਂ ਪਰਾਜੈ ਹੋਏ ਸੂਰ ਜਿਉ ਲਜਾਏ ਜਾਤ ਭਏ ਮੁਖ ਤੂਸ਼ਨ ਨਾ ਬੈਨ ਕੋ ਉਚਾਰੀਏ। ਜਿਹੜੇ ਹੱਸ ਹੱਸ ਕੇ ਟਿਚਰਾਂ ਕਰ ਕਰਕੇ ਗੁਰੂ ਨਾਨਕ ਸਾਹਿਬ ਅੱਗੇ ਬੋਲੀਆਂ ਮਾਰਦੇ ਸੀ, ਬਿਲਕੁਲ ਚੁੱਪ ਹੋਏ ਬੈਠੇ ਆ, ਸ਼ਾਂਤ ਨੇ, ਕੋਈ ਵੀ ਨਹੀਂ ਬੋਲਦਾ। ਸਤਿਗੁਰੂ ਉਦਾਂ ਹੀ ਮੁਸਕਰਾ ਰਹੇ। ਸਭ ਦੀਆਂ ਸਿੱਧੀਆਂ ਖਿਲਾਰ ਕੇ ਧਰਤੀ ਤੇ ਸੁੱਟ ਦਿੱਤੀਆਂ, ਖੜਾਮ ਉੱਡ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਜਾਣ ਪਈ, ਜਿੱਥੇ ਪਹਿਲਾਂ ਸੀ। ਹੁਣ ਕੋਈ ਵੀ ਸਿੱਧ ਬੋਲਦਾ ਨਹੀਂ, ਕੋਈ ਸਤਿਗੁਰਾਂ ਵੱਲ ਵੇਖਦਾ ਨਹੀਂ, ਕਿਉਂਕਿ ਉਹਨਾਂ ਆਪਣਾ ਪੂਰਾ ਜ਼ੋਰ ਅੱਡੀ ਚੋਟੀ ਦਾ ਲਾ ਕੇ ਵੇਖ ਲਿਆ ਵੀ ਇੱਥੇ ਤੇ ਵਾਰ ਹੀ ਨਹੀਂ ਚੱਲਦਾ। ਅੰਦਰੋਂ ਅੰਦਰ ਮੰਨ ਲਿਆ, ਅਸੀਂ ਗਿਆਨ ਵਿੱਚ ਵੀ ਹਾਰੇ ਆ, ਵਿਵਾਦ ਵਿੱਚ ਵੀ ਹਾਰੇ ਆ, ਕਰਾਮਾਤ ਵਿੱਚ ਵੀ ਹਾਰ ਗਏ ਆ। ਗੋਪੀ ਚੰਦ ਭਰਥਰੇ ਮੰਗਲ ਤੇ ਆਦ ਜੀਤੇ ਹੀ ਮੈਂ ਹੋ ਲਾਸੇ ਹਸੈਂ ਦੋਵੇਂ ਕਰ ਤਾਰੀਏ। ਉਧਰ ਗੋਪੀ ਚੰਦ ਭਰਥਰੀ, ਮੰਗਲਨਾਥ, ਘੁੱਗੂਨਾਥ ਜੀ ਆਪਸ ਵਿੱਚ ਹੱਸਦੇ ਆ। ਕਦੇ ਵਕਤ ਸੀ ਦੂਜਿਆਂ ਦੇ ਹੱਸਣ ਦਾ, ਅੱਜ ਵਕਤ ਆ ਗਿਆ ਇਹਨਾਂ ਦੇ ਹੱਸਣ ਦਾ, ਕਿਉਂਕਿ ਇਹ ਕੁਦਰਤ ਹੈ। ਇੱਥੇ ਇੱਕ ਹੱਸਦਾ ਹੈ, ਇੱਕ ਰੋਂਦਾ ਹੈ, ਇੱਕ ਵਕਤ ਆਉਂਦਾ ਰੋਣ ਵਾਲਾ ਹੱਸਦਾ ਹੈ ਤੇ ਹੱਸਣ ਵਾਲਾ ਰੋਂਦਾ ਹੈ।
ਜਦੋਂ ਸਾਹਮਣੇ ਵਾਲੇ ਸਿੱਧ ਸ਼ਰਮਿੰਦੇ ਹੋ ਕੇ ਬੈਠੇ ਨੇ, ਕੁਝ ਸੁੱਝਦਾ ਨਹੀਂ ਵੀ ਮਾਫੀ ਮੰਗੀਏ, ਚਰਨੀ ਡਿੱਗੀਏ ਜਾਂ ਕੁਝ ਬੋਲੀਏ, ਸਵਾਲ ਕਰੀਏ। ਇੰਨੇ ਸ਼ਰਮਿੰਦੇ ਹੋਏ ਆਪਣੇ ਆਪ ਨੂੰ ਲੱਜਤ ਮਹਿਸੂਸ ਕਰਕੇ ਚੁੱਪ ਬੱਟੀ ਬੈਠੇ ਆ। ਇਧਰ ਮੰਗਲਨਾਥ ਤੇ ਭਰਤਰੀ ਦੀਆਂ ਗੱਲਾਂ ਦੀ ਆਵਾਜ਼ ਆਉਂਦੀ ਹੈ। ਕਹਿੰਦੇ ਪਹਿਲਾਂ ਹੀ ਆਖਿਆ ਸੀ ਮਾਫੀ ਮੰਗ ਲਓ। ਅਸੀਂ ਤੇ ਪਹਿਲਾਂ ਹੀ ਕਹਿੰਦੇ ਸੀ ਜਿੱਥੇ ਵੱਡੇ ਵੱਡੇ ਝੁਕ ਗਏ ਤੁਸੀਂ ਚੀਜ਼ ਕੀਓ। ਐਸੀ ਹੋਏ ਬਿਨ ਨਹੀਂ ਰਹਿਤ ਬਿਕਲ ਮਨ, ਜੈਸੀ ਬਿਦ ਜੋਗ ਹੁਤੇ ਤੈਸੇ ਹੀ ਦਿਖਾਰੀਏ। ਭਰਤਰੀ ਕਹਿੰਦੇ ਇਹਨਾਂ ਨਾਲ ਇਹੋ ਹੋਣੀ ਸੀ। ਜਿਹੜਾ ਬੰਦਾ ਸਮਝਾਇਆ ਸਮਝਦਾ ਨਹੀਂ, ਉਹ ਡਾਂਗਾ ਨਾਲ ਸਮਝਦਾ ਹੈ, ਜੁੱਤੀ ਨਾਲ ਸਮਝਦਾ ਹੈ। ਕਹਿੰਦੇ ਮੱਤ ਬੜੀ ਇਹਨਾਂ ਦੀ ਅਸਮਾਨੇ ਚੜੀ ਸੀ, ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ, ਵੱਧ ਘੱਟ ਬੋਲਦੇ ਸੀ। ਬੜਾ ਸਮਝਾ ਕੇ ਵੇਖਿਆ, ਜਿੱਥੇ ਮੰਗਲਨਾਥ ਵਰਗੇ ਸਿੱਧ ਝੁਕ ਗਏ, ਗੋਰਖਨਾਥ ਵਰਗੇ ਚੁੱਪ ਹੋ ਗਏ, ਤੁਸੀਂ ਕੀ ਹੋ? ਪਰ ਉਹਨਾਂ ਨੂੰ ਲੱਗਦਾ ਸੀ ਸਾਡੀ ਕਰਾਮਾਤ ਵੱਡੀ, ਸਾਡਾ ਗਿਆਨ ਵੱਡਾ, ਸਾਡੀ ਸੋਝੀ ਵੱਡੀ, ਸਾਡਾ ਤਪ ਵੱਡਾ। ਪਰ ਹੁਣ ਚੁੱਪ ਸਨ। ਜਦੋਂ ਕਹਿੰਦੇ ਇਹਨਾਂ ਦੀਆਂ ਬੋਲੀਆਂ ਚੁੱਭਦੀਆਂ ਨੇ, ਕਰ ਕੁਝ ਨਹੀਂ ਸਕਦੇ। ਅਦਿਆਂ ਨੇ ਮਹਿਸੂਸ ਕੀਤਾ ਵੀ ਜੋ ਸਾਡੇ ਨਾਲ ਹੋਇਆ ਸੀ ਇਸੇ ਲਾਇਕ ਸੀ। ਕਈ ਬੰਦਿਆਂ ਨੂੰ ਪਛਤਾਵਾ ਹੋ ਜਾਂਦਾ ਆਪਣੇ ਕੀਤਿਆਂ ਦਾ, ਤੇ ਪਰ ਕਈਆਂ ਨੂੰ ਨਹੀਂ ਹੁੰਦਾ। ਮੰਗਲਨਾਥ, ਭਰਤਰੀ, ਇਹਨਾਂ ਦੇ ਬੋਲ ਉੱਚੇ ਉੱਚੇ ਨੇ। ਕਹਿੰਦੇ ਵੇਖ ਲਓ ਵਕਤ ਹੁਣ, ਜਿਹੜੇ ਹੱਸਦੇ ਸੀ ਉਹ ਅਜੇ ਵੀ ਹੱਸਦੇ ਨੇ। ਤੁਸੀਂ ਹੰਕਾਰ ਵਿੱਚ ਹੱਸਦੇ ਸੀ ਤੇ ਅੱਜ ਰੋ ਰਹੇ ਹੋ। ਅਜੇ ਵੀ ਵਕਤ ਹੈ, ਮਾਫੀ ਮੰਗ ਲਓ, ਇਹਨਾਂ ਦੇ ਚਰਨ ਪਰਸ ਲਓ। ਸਵਈਆ ਮੰਗਲ ਭਾਖਤ ਗੋਰਖਨਾਥ ਜੀ, ਦੇਖਿਓ ਤਪ ਤੁਮ ਕੈਸੋ ਹੈ ਸੋ। ਗੋਰਖਨਾਥ ਵੀ ਇਸ ਦ੍ਰਿਸ਼ ਨੂੰ ਵੇਖ ਕੇ ਹੱਸ ਰਿਹਾ ਸੀ ਵੀ ਹੋ ਕੀ ਰਿਹਾ। ਮੰਗਲਨਾਥ ਉੱਠੇ, ਉੱਠ ਕੇ ਕਹਿੰਦੇ ਗੁਰੂ ਜੀ, ਗੁਰੂ ਗੋਰਖ ਵੇਖ ਲਓ, ਜਿਸ ਤਪੇ ਨੂੰ ਕੇਵਲ ਤਪਾ ਹੀ ਕਹਿੰਦੇ ਸੀ, ਵੀ ਇਹਨਾਂ ਨੂੰ ਗੱਲਾਂ ਹੀ ਕਰਨੀਆਂ ਆਉਂਦੀਆਂ ਨੇ, ਇਹ ਸਮਝਾਉਂਦੇ ਹੀ ਰਹਿੰਦੇ ਆ। ਵੇਖੀਆਂ ਕਰਾਮਾਤਾਂ, ਸਿੱਧੀਆਂ ਵੇਖ ਲਈਆਂ। ਵੱਡੇ ਵੱਡੇ ਸਿੱਧ ਕਹਿੰਦੇ ਕਹਾਉਂਦੇ ਧਨੰਤਰ, ਮਾਂਜ ਕੇ ਭੂੰਜੇ ਸੁੱਟ ਦਿੱਤੇ, ਆਖੋ ਸਤਨਾਮ। ਇਹ ਗੱਲ ਕੌਣ ਕਹਿ ਰਿਹਾ ਹੈ? ਗੋਰਖਨਾਥ ਦਾ ਚੇਲਾ ਮੰਗਲਨਾਥ, ਭਰਤਰੀ ਤੇ ਦੂਜੇ ਵੀ ਚੇਲੇ ਨੇ। ਇੱਕ ਚੇਲਾ ਕਹਿੰਦਾ ਸੀ ਮੈਂ ਬਾਬੇ ਨਾਨਕ ਨੂੰ ਦਿਨ ਵਿੱਚ ਤਾਰੇ ਵਿਖਾਉਣੇ ਆ, ਤੇ ਇੱਕ ਚੇਲਾ ਕਹਿੰਦਾ ਸੀ ਨਿਰੰਕਾਰ ਹੈ। ਅਕਲ ਦਾ ਫਰਕ ਹੈ ਨਾ, ਸਮਝ ਦਾ ਫਰਕ ਹੈ। ਗੁਰੂ ਬਾਬਾ ਗੁਰੂ ਨਾਨਕ ਸਾਹਿਬ ਜੀ ਵੱਲ ਹੱਥ ਕਰਕੇ ਮੰਗਲਨਾਥ ਕਹਿੰਦੇ ਗੁਰੂ ਗੋਰਖ ਜੀ ਵੇਖੋ, ਉਹੀਓ ਤਾਂ ਬਾਜੀ ਜਿਹੜੇ ਨਾ ਚਾਹੁੰਦਿਆਂ ਵੀ ਕਰਾਮਾਤ ਨਹੀਂ ਸੀ ਵਿਖਾਉਂਦੇ, ਨਾ ਚਾਹੁੰਦਿਆਂ ਵੀ, ਚਾਹਿਆ ਨਹੀਂ ਵੀ ਕਰਾਮਾਤ ਵਿਖਾਈਏ, ਪਰ ਮਜਬੂਰ ਕਰ ਦਿੱਤਾ। ਬਾਰ-ਬਾਰ ਤਾਨੇ ਮਾਰ ਕੇ, ਮੰਦੇ ਬੋਲ ਬੋਲ ਕੇ ਇਹਨਾਂ ਨੇ ਆਪਣੇ ਹੰਕਾਰ ਵਿੱਚ ਸੋਚਿਆ ਸ਼ਾਇਦ ਨਾਨਕ ਤਪਾ ਸਾਡੇ ਤੋਂ ਡਰਦੇ ਨੇ, ਜੋ ਅੱਗੋਂ ਜਵਾਬ ਨਹੀਂ ਦਿੰਦੇ। ਬਾਦ ਸੋਰਾਰ ਕਰੀ ਤੇ ਸੋ ਜਿਨ, ਲਜਤ ਪਿੰਨਹਿ ਬੋਲਤ ਕੋ। ਹੁਣ ਬੁਲਾ ਕੇ ਵੇਖੋ ਗੁਰੂ ਜੀ, ਇਹਨਾਂ ਚੋਂ ਬੋਲਦਾ ਕੋਈ ਨਹੀਂ। ਪਹਿਲਾਂ ਤੇ ਗਿਆਨ ਵਿੱਚ ਹਾਰੇ, ਫਿਰ ਬਾਦ ਵਿਵਾਦ ਵਿੱਚ ਹਾਰੇ, ਲੈ ਹੁਣ ਕਰਾਮਾਤਾਂ 'ਚ ਵੀ ਹਾਰ ਗਏ। ਤੋਂ ਵੱਡੀ ਸ਼ਰਮ ਦੀ ਗੱਲ ਕੀ ਹੈ? ਜਦੋਂ ਆਪਣੇ ਹੀ ਤਾਨੇ ਮਾਰ ਕੇ ਆਖਣ, ਫਿਰ ਝੱਲੇ ਨਹੀਂ ਜਾਂਦੇ। ਮੰਗਲਨਾਥ ਦੀਆਂ ਗੱਲਾਂ ਸੱਚੀਆਂ ਸੀ, ਕੌੜੀਆਂ ਸੀ, ਕਰਾਰੀਆਂ ਸੀ। ਕਿਤੇ ਨਾ ਕਿਤੇ ਇਹਨਾਂ ਗੱਲਾਂ ਤੋਂ ਸ਼ਰਮ ਖਾ ਰਿਹਾ ਸੀ ਗੁਰੂ ਗੋਰਖ ਵੀ। ਬਿਹਾਰੇ ਤਾਂ ਚੇਲੇ ਮੇਰੇ ਹੀ ਨੇ। ਮੈਂ ਤੇ ਬੜਾ ਸਮਝਾਇਆ ਸੀ ਨਾ ਛੇੜੋ ਇਹਨਾਂ ਨੂੰ। ਜੇ ਚੇਲਾ ਹਾਰ ਗਿਆ ਤੇ ਗੁਰੂ ਦੀ ਕੀ ਰਹਿ ਗਈ? ਜੇ ਉਸਤਾਦ ਦਾ ਚੇਲਾ ਹੀ ਹਾਰ ਜੇ ਤੇ ਗੁਰੂ ਦੀ ਕਿਹੜਾ ਪੱਤ ਰਹਿੰਦੀ ਹੈ? ਫਿਰ ਗੁਰੂ ਗੋਰਖ ਕੰਨ ਜੇ ਵੱਟ ਕੇ ਬੈਠਾ ਸੁਣੀ ਜਾਂਦਾ, ਕਹਿੰਦਾ ਮੈਂ ਵੇਖ ਵੀ ਰਿਹਾ, ਸੁਣ ਵੀ ਰਿਹਾ, ਪਰ ਇਹਨਾਂ ਨੂੰ ਹੰਕਾਰ ਨਹੀਂ ਸੀ ਕਰਨਾ ਚਾਹੀਦਾ। ਇਹ ਤੇ ਉਛਲ ਗਏ, ਹਉਮੈ 'ਚ ਆ ਗਏ। ਇਹਨਾਂ ਨੂੰ ਇਹ ਲੱਗਦਾ ਸੀ ਵੀ ਸਾਡੇ ਤੋਂ ਵੱਧ ਸਿਆਣਾ ਤੇ ਕਰਾਮਾਤੀ ਇਸ ਜੱਗ ਤੇ ਕੋਈ ਨਹੀਂ। ਆਪਣੇ ਮਾਨ ਮੈਂ ਫੂਲਤ ਕਾਇਰ, ਜੋ ਲਗ ਸੂਰ ਨ ਸੂਹੇ ਸੋ। ਤੇ ਫੇਰ ਸਪਸ਼ਟ ਗੱਲਾਂ 'ਚ ਮੰਗਲਨਾਥ ਨੇ ਕਹਿ ਦਿੱਤਾ, ਕਹਿੰਦੇ ਇਹ ਗਿੱਦੜ ਆਪਣੇ ਹੰਕਾਰ 'ਚ ਹੀ ਫੁੱਲੇ ਫਿਰਦੇ ਸੀ। ਜੰਗਲਾਂ ਵਿੱਚ ਗਿੱਦੜਾਂ ਨੇ ਮੀਟਿੰਗਾਂ ਕੀਤੀਆਂ ਵੀ ਸ਼ੇਰ ਤੇ ਬਿਮਾਰ ਹੈ, ਹੁਣ ਤੇ ਰਾਜ ਆਪਾਂ ਹੀ ਕਰਾਂਗੇ। ਪਰ ਉਸ ਬਿਮਾਰ ਸ਼ੇਰ ਨੇ ਵੀ ਇੱਕ ਦਿਨ ਗਰਜ ਮਾਰ ਦਿੱਤੀ, ਕਹਿੰਦੇ ਗਿੱਦੜ ਜੰਗਲ ਛੱਡ ਕੇ ਨਿਕਲ ਗਏ। ਉਹ ਹਾਲਤ ਹੋਈ। ਗੁਰੂ ਨਾਨਕ ਸਾਹਿਬ ਮਹਾਰਾਜ ਚੁੱਪ ਬੈਠੇ ਸਨ, ਕਹਿੰਦੇ ਕਿਸੇ ਨੂੰ ਕੁਛ ਨਹੀਂ ਸੀ।
ਹੰਕਾਰ ਵਿੱਚ ਆ ਕੇ ਇਕੱਠੇ ਹੋ ਗਏ, ਕਹਿੰਦੇ ਆਪਾਂ ਬਾਬੇ ਨਾਨਕ ਨੂੰ ਹਰਾ ਦੇਾਂਗੇ, ਆਪਾਂ ਝੁਕਾ ਦੇਾਂਗੇ, ਸਾਡੇ ਸਾਹਮਣੇ ਇਹ ਕੀ ਹੈ। ਪਰ ਆਖਰਕਾਰ ਇੰਨੀ ਮਾੜੀ ਹੋ ਗਈ ਵੀ ਹੁਣ ਸ਼ਰਮ ਦੇ ਵਿੱਚ ਉੱਠ ਕੇ ਮਾਫੀ ਵੀ ਨਹੀਂ ਮੰਗ ਸਕਦੇ। ਅੱਖਾਂ ਨੀਵੀਆਂ ਨੇ। ਗੁਰੂ ਗੋਰਖ ਕਹਿੰਦਾ ਮੈਨੂੰ ਪਹਿਲਾਂ ਹੀ ਪਤਾ ਸੀ, ਇਹਨਾਂ ਹੰਕਾਰ ਦੇ ਵਿੱਚ ਬਸ ਸ਼ਰਮਿੰਦੇ ਹੀ ਹੋਣਾ ਏ। ਹਾਰੇ ਪ੍ਰਕਾਸ਼ ਕਰੇ ਤਮ ਮੈਂ, ਰਾਵੇ ਹੋਤ ਉਦੈ ਪੁੰਨ ਨਾ ਪ੍ਰਗਟੋ। ਉਸ ਵੇਲੇ ਫਿਰ ਭਰਤਰੀ ਜੀ ਆਖਣ ਲੱਗੇ, ਕਹਿੰਦੇ ਗੱਲ ਸੱਚ ਹੈ, ਜੇ ਸੂਰਜ ਨਾ ਚੜ੍ਹੇ ਨਾ ਤੇ ਤਾਰਿਆਂ ਨੂੰ ਵੀ ਮਾਣ ਹੋਣ ਲੱਗ ਪੈਂਦਾ ਵੀ ਅਸੀਂ ਬਹੁਤ ਵੱਡੇ ਆ ਤੇ ਸਾਡੀ ਚਮਕ ਧਰਤੀ ਤੇ ਪੈਂਦੀ ਹੈ। ਪਰ ਕਹਿੰਦੇ ਰਾਤ ਦੇ ਵਿੱਚ ਹੀ ਰਾਜੇ ਨੇ ਤਾਰੇ। ਜਿਉਂ-ਜਿਉਂ ਦਿਨ ਚੜ੍ਹਦਾ ਤਿਉਂ-ਤਿਉਂ ਸੂਰਜ ਦੀ ਟਿੱਕੀ ਨਿਖਰਦੀ ਹੈ। ਰਾਤਾਂ ਨੂੰ ਚਮਕਣ ਵਾਲੇ ਤਾਰੇ ਜਿਨ੍ਹਾਂ ਦਾ ਰਾਤ ਵੇਲੇ ਰਾਜ ਹੁੰਦਾ, ਮੁੜ ਕੇ ਦਿਸਦੇ ਵੀ ਹੁੰਦੇ ਨਹੀਂ। ਗੁਰੂ ਗੋਰਖ ਜੀ ਇਹ ਤੇ ਵਹਿਮ ਕਰਕੇ ਬਹਿ ਗਏ ਸੀ ਵੀ ਗੁਰੂ ਨਾਨਕ ਪਾਤਸ਼ਾਹ ਸੂਰਜ ਸਰੂਪ ਚੁੱਪ ਬੈਠੇ ਆ, ਜੇ ਇਹ ਇੱਥੇ ਆ ਹੀ ਗਏ ਨੇ ਸਭਾ ਦੇ ਵਿੱਚ ਇਕੱਠੇ ਹੋ ਕੇ ਘੇਰ ਲਾਂਗੇ, ਐਸੀ ਚਰਚਾ ਇਹਨਾਂ ਨਾਲ ਕਰਾਂਗੇ, ਹਾਰ ਜਾਣਗੇ ਸਾਡੇ ਸਾਹਮਣੇ, ਨਹੀਂ ਬੋਲਣਗੇ। ਪਰ ਇਹਨਾਂ ਵਿਚਾਰਿਆਂ ਨਾਲ ਮਾੜੀ ਹੋ ਗਈ। ਇਹ ਕਹਿ ਕੇ ਹੱਸ ਪਏ। ਹੱਸਣ ਵਾਲਿਆਂ 'ਚ ਗੋਰਖਨਾਥ ਵੀ ਸੀ, ਕਿਉਂਕਿ ਗੋਰਖਨਾਥ ਦੋਨੇ ਪਾਸੇ ਹੀ ਹੈ। ਉਹ ਜਿੱਤਣ ਵਾਲਿਆਂ ਨਾਲ ਵੀ ਆ ਤੇ ਹਾਰਨ ਵਾਲਿਆਂ ਨਾਲ ਵੀ। ਉਹ ਤੇ ਸਿੱਧਾ ਕਹਿੰਦਾ ਮੈਂ ਤੇ ਟੱਕਰ ਲਈ ਨਹੀਂ, ਨਾ ਮੈਂ ਚੰਗਾ ਕਹਾਂ ਤੇ ਨਾ ਕਹਾਂ ਮਾੜਾ। ਮੰਨਿਆ ਗੁਰੂ ਨਾਨਕ ਸਾਹਿਬ ਆਪ ਪਰਮਾਤਮਾ ਨੇ, ਕਹਿੰਦਾ ਮੈਂ ਇਹ ਨਹੀਂ ਕਹਿੰਦਾ ਪਰਮਾਤਮਾ ਨੇ, ਪਰ ਇਹ ਕਹਿੰਦਾ ਵੀ ਰੱਬ ਦੇ ਰੂਪ ਨੇ। ਜੇ ਮੈਂ ਰੱਬ ਨਹੀਂ ਕਹਿੰਦਾ ਤੇ ਰੱਬ ਦੇ ਰੂਪ ਤੇ ਕਹਿੰਦਾ, ਮਤਲਬ ਉਹ ਸਿੱਧੇ ਰੂਪ 'ਚ ਟੱਕਰ ਨਹੀਂ ਸੀ ਲੈਂਦਾ। ਜਿਸ ਬੰਦੇ ਨੂੰ ਪਤਾ ਹੋਵੇ ਨਾ ਵੀ ਸਾਹਮਣੇ ਕਰਾਮਾਤ ਵੱਡੀ ਹੈ, ਸਾਹਮਣੇ ਜ਼ੋਰ ਵੱਡਾ ਹੈ, ਪਾਵਰ ਵੱਡੀ ਹੈ, ਅਸੀਂ ਜੇ ਉਹਦੇ ਨਾਲ ਟਕਰਾਂਗੇ ਨੁਕਸਾਨ ਸਾਡਾ ਹੋਊ, ਉਹਦਾ ਜਾਣਾ ਕੁਝ ਨਹੀਂ। ਤੇ ਸਿਆਣਾ ਬੰਦਾ ਉਹਦੇ ਨਾਲ ਪੰਗਾ ਹੀ ਨਹੀਂ ਲੈਂਦਾ। ਜਿਹੜਾ ਕਮਲਾ ਹੈ ਉਹ ਸੋਚਦਾ ਸ਼ਾਇਦ ਮੈਂ ਜਿੱਤ ਜਾਵਾਂਗਾ। ਹੰਕਾਰ ਇਹੋ ਜਿਹਾ ਹੈ, ਹੰਕਾਰ ਦੀਆਂ ਕੀਤੀਆਂ ਗੱਲਾਂ ਬੰਦੇ ਨੂੰ ਹੀ ਸ਼ਰਮਿੰਦਾ ਕਰਦੀਆਂ। ਜਿਨ੍ਹਾਂ ਨੂੰ ਬੰਦਾ ਮਾੜਾ ਕਹਿੰਦਾ, ਮੁੜ ਕੇ ਉਹਨਾਂ ਤੱਕ ਕੰਮ ਪੈ ਜਾਂਦਾ, ਫਿਰ ਤਰਲੇ ਕਰਦਾ, ਫਿਰ ਸਫਾਈਆਂ ਦਿੰਦਾ। ਇਸ ਕਰਕੇ ਕਦੇ ਜ਼ਿੰਦਗੀ 'ਚ ਹੰਕਾਰ ਨਾ ਕਰੋ, ਕਿਸੇ ਨੂੰ ਛੋਟਾ ਨਾ ਸਮਝੋ, ਕਿਸੇ ਨੂੰ ਵੱਡਾ ਨਾ ਸਮਝੋ। ਕੋਈ ਪਤਾ ਨਹੀਂ ਪਰਮਾਤਮਾ ਕਦੋਂ ਕਿਹਦੇ ਤਾਈਂ ਕਿਹਨੂੰ ਕੰਮ ਪਾ ਦੇਵੇ, ਕਿਹਦੇ ਤਾਈ ਕਿਹੜੀ ਜ਼ਰੂਰਤ ਪੈ ਜੇ, ਤੂੰ ਮਾੜਾ ਕਿਹਨੂੰ ਕਹਿਣਾ। ਜਦੋਂ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਸੀ ਤੂੰ ਤਪਾ ਹੈ, ਤੇਰੇ ਕੋਲ ਹੈ ਕੁਛ ਨਹੀਂ, ਪਤਾ ਨਹੀਂ ਕਿਹੜੇ ਸਿੱਧਾਂ ਤੋਂ ਕਰਾਮਾਤ ਲੈ ਕੇ ਇੱਥੇ ਆ ਗਏ ਹੈ, ਸਾਨੂੰ ਗਿਆਨ ਦੇਣਾ ਹੈ। ਹੁਣ ਉਹੀ ਗੁਰੂ ਨਾਨਕ ਸਾਹਿਬ ਤੇ ਫੇਰ ਮਾੜਾ ਨਹੀਂ ਕਹਿੰਦੇ, ਚੁੱਪ ਬੈਠੇ ਆ ਵੀ ਚੱਲ ਕੋਈ ਗੱਲ ਨਹੀਂ, ਜੋ ਕਰਦੇ ਆ ਭੁਗਤ ਲਿਆ ਇਹਨਾਂ ਨੇ। ਗੋਰਖ ਕਹਿੰਦਾ ਅਜੇ ਵੀ ਵਕਤ ਹੈ, ਤੁਹਾਡੇ ਕੋਲ ਉੱਠ ਕੇ ਮਾਫੀ ਮੰਗ ਲਓ, ਇਹਨਾਂ ਦੇ ਚਰਨ ਪਰਸ ਲਓ। ਸਵਈਆ ਗੋਰਖ ਬੈਨ ਭਨੇ ਸੁਣ ਕੇ, ਤੁਮ ਭਾਖਤ ਸਤ ਥੇ ਕੂਰ ਨਰਾਈ। ਮੰਗਲਨਾਥ ਨੂੰ ਗੋਰਖਨਾਥ ਨੇ ਵੀ ਫਿਰ ਗਰੀ ਗੱਲ ਸੁਣਾਤੀ। ਹੁਣ ਜਿਹੜੇ ਗੁਰੂ ਪਿੱਛੇ ਹੰਕਾਰੀ ਲੜਦੇ ਫਿਰਦੇ ਸੀ, ਗੁਰੂ ਉਹਨਾਂ ਦਾ ਵੀ ਨਹੀਂ ਬਣਿਆ। ਮੰਗਲਨਾਥ ਨੂੰ ਪਤਾ ਕੀ ਕਹਿੰਦਾ, ਮੰਗਲਨਾਥ ਜੀ ਤੁਸੀਂ ਸੱਚ ਕਿਹਾ ਸੀ ਵੀ ਗੁਰੂ ਨਾਨਕ ਸਾਹਿਬ ਨੂੰ ਕੋਈ ਹਰਾ ਨਹੀਂ ਸਕਦਾ, ਵੱਡੀ ਖੁਦਾਈ ਹੈ। ਮੈਂ ਤੇ ਮੰਨ ਲਿਆ, ਮਨ ਤੁਸੀਂ ਵੀ ਲਿਆ। ਕਹਿੰਦੇ ਆ ਮੂਰਖਾਂ ਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਆਈ, ਆਖੋ ਸਤਿਨਾਮ। ਉਹ ਹੰਕਾਰੀ ਸੋਚਦੇ ਵੀ ਜਿਹੜੇ ਗੁਰੂ ਪਿੱਛੇ ਅਸੀਂ ਆਪਣੇ ਸਿੰਘ ਬਣਾ ਲਏ, ਅਸੀਂ ਆਪਣਾ ਨੁਕਸਾਨ ਕਰਾਇਆ, ਖੁਦ ਨੂੰ ਬੇਇੱਜ਼ਤ ਕਰਾਇਆ, ਗੁਰੂ ਵੀ ਸਾਡੇ ਨਾਲ ਨਹੀਂ ਖੜੇ। ਸਮਾਜ ਏਦਾਂ ਹੀ ਹੈ। ਇੱਥੇ ਤੇ ਭਰੇ ਹੋਏ ਪਲੜੇ 'ਚ ਹਰ ਕੋਈ ਛਾਲ ਮਾਰਦਾ, ਖਾਲੀ ਨਾਲ ਕੌਣ ਬੈਠਦਾ। ਗਰੀਬ ਤੁਹਾਡਾ ਰਿਸ਼ਤੇਦਾਰ ਹੋਵੇ, ਤੁਸੀਂ ਹਿਚਕਚਾਉਂਦੇ ਹੋ, ਕਹਿੰਦੇ ਆ ਵੀ ਉਹ ਰਿਸ਼ਤੇਦਾਰ ਹੈ। ਅਮੀਰ ਨਾਲ ਦੂਰ ਦੁਰਾਡੇ ਤੋਂ ਜਾਣ ਪਛਾਣ ਵੀ ਨਾ ਹੋਵੇ, ਤੁਹਾਡੇ ਕੋਈ ਜਾਣਕਾਰ ਦਾ ਜਾਣਕਾਰ ਹੋਵੇ, ਲੋਕ ਉਹਨੂੰ ਵੀ ਹੁੱਬ ਕੇ ਰਿਸ਼ਤੇਦਾਰ ਦੱਸਦੇ ਆ, ਕਿਉਂਕਿ ਹੰਕਾਰ ਦੀ ਵਰਤੀ ਹੈ, ਹਉਮੈ ਆਉਂਦਾ। ਹੁਣ ਇੱਥੇ ਗੋਰਖਨਾਥ ਜਿਹਦੇ ਪਿੱਛੇ ਲੜਦੇ ਸੀ, ਕਹਿੰਦੇ ਸੀ ਬਾਬਾ ਨਾਨਕ ਕਹਿ ਗੁਰੂ ਗੋਰਖ, ਕਹਿ ਜੈ ਗੋਰਖ ਦੀ। ਗੋਰਖਨਾਥ ਨੇ ਵੀ ਸੱਚ ਕਹਿ ਦਿੱਤਾ, ਮੰਗਲਨਾਥ ਤੁਹਾਡੀਆਂ ਗੱਲਾਂ ਸੱਚੀਆਂ ਸੀ, ਸੱਚੀਆਂ ਹਨ, ਪਰ ਇਹਨਾਂ ਮੂਰਖਾਂ ਦੀ ਸਮਝ ਨਾ ਪਈਆਂ। ਖਿੰਥੜਾ ਆਏ ਗੁਰੂ ਟਿਕਤਾਂ ਛਿਨ, ਬੈਠ ਗਿਓ ਮੁਖ ਬਾਣੀ ਅਲਾਈ। ਇੰਨੇ ਨੂੰ ਇੱਕ ਸਿੱਧ ਦੂਰੋਂ ਚੱਲ ਕੇ ਆਇਆ, ਉਹਦਾ ਨਾਂ ਸੀ ਖਿੰਥੜਾ। ਗੁਰੂ ਨਾਨਕ ਸਾਹਿਬ ਜੀ ਕੋਲ ਆ ਕੇ ਕਹਿੰਦਾ ਬਾਬਾ ਆਦੇਸ਼। ਗੁਰੂ ਸਾਹਿਬ ਕਹਿੰਦੇ ਆਦਿ ਪੁਰਖ ਕੋ ਅੱਲ੍ਹ ਕਹੀਏ, ਸ਼ੇਖਾਂ ਆਈ ਵਾਰੀ। ਆਦੇਸ਼ ਪਾਈ ਉਸ ਵਾਹਿਗੁਰੂ ਪਰਮਾਤਮਾ ਨੂੰ। ਕੋਲ ਬਹਿ ਗਿਆ ਤੇ ਜਿਹੜੇ ਸ਼ਰਮਿੰਦੇ ਜੇ ਹੋਏ ਬੈਠੇ ਸੀ, ਉਹ ਕੰਨਾਂ ਨਾਲ ਸੁਣਦੇ ਜ਼ਰੂਰ ਨੇ, ਪਰ ਉੱਚਾ ਸਿਰ ਕਰਕੇ ਨਹੀਂ ਵੇਖਦੇ, ਕਿਉਂਕਿ ਮਾਫੀ ਵੀ ਨਹੀਂ ਮੰਗੀ ਜਾ ਸਕਦੀ। ਕਈ ਵਾਰ ਨਾ ਬੰਦੇ ਦੀ ਹਉਮੈ ਬੰਦੇ ਨੂੰ ਇੱਥੋਂ ਤੱਕ ਲੈ ਆਉਂਦੀ ਹੈ
ਪਤਾ ਉਹਨੂੰ ਵੀ ਹੁੰਦਾ ਮੈਂ ਗਲਤ ਹਾਂ, ਮੇਰੇ ਤੋਂ ਗਲਤੀਆਂ ਹੋਈਆਂ ਨੇ, ਪਰ ਅੰਦਰੋਂ ਸੋਚਦਾ ਵੀ ਜੇ ਮੈਂ ਝੁਕ ਗਿਆ ਲੋਕ ਮੈਨੂੰ ਮਾੜਾ ਕਹਿਣਗੇ, ਲੋਕੀ ਕਹਿਣਗੇ ਤੇ ਝੁਕ ਗਿਆ ਬਈ, ਇਹ 'ਚ ਤੇ ਗੱਲਬਾਤ ਹੀ ਕੋਈ ਨਹੀਂ। ਬਸ ਇਸੇ ਪਿੱਛੇ ਕਈ ਵਾਰ ਬੰਦਾ ਗਲਤ ਨੂੰ ਗਲਤ ਕਹਿੰਦਾ ਹੀ ਨਹੀਂ, ਪਰ ਮੰਨਦਾ ਜ਼ਰੂਰ ਹੁੰਦਾ। ਇਹ ਹੰਕਾਰੀ ਬੈਠੇ ਰਹੇ, ਉੱਠ ਕੇ ਗੁਰੂ ਦੇ ਕਹਿਣ ਤੋਂ ਵੀ ਮਾਫੀ ਨਾ ਮੰਗੀ। ਜਦੋਂ ਗੋਰਖਨਾਥ ਨੇ ਕਹਿਤਾ ਵੀ ਮਾਫੀ ਮੰਗ ਲਓ, ਗੱਲ ਖਤਮ ਹੈ, ਨਾ ਮੰਗੀ, ਖਿੰਥੜਾ ਆ ਗਿਆ ਕੋਲੇ। ਇਹ ਵੀ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ। ਇਹਨੂੰ ਲੱਗਦਾ ਸੀ ਜੇ ਗੁਰੂ ਨਾਨਕ ਸਾਹਿਬ ਨੂੰ ਕਰਾਮਾਤਾਂ 'ਚ ਹਰਾ ਨਹੀਂ ਸਕਦੇ, ਗਿਆਨ ਵਿੱਚ ਤੇ ਹਰਾ ਸਕਦੇ ਆ, ਗੱਲਾਂ ਬਾਤਾਂ ਵਿੱਚ ਇਹਨਾਂ ਨੂੰ ਮੈਂ ਨੀਚਾ ਵਿਖਾ ਦਿਆਂਗਾ। ਜੋਗ ਬਿਨ ਮਨ ਸ਼ੁੱਧ ਨ ਹੋਵਤ, ਆਰਸੀ ਜਿਉ ਨਹਿ ਛਾਰ ਮਲਾਈ। ਸਤਿਗੁਰਾਂ ਨੂੰ ਆ ਕੇ ਕਹਿੰਦਾ ਬਾਬਾ ਐ ਤਪਾ ਜੀ, ਯੋਗ ਤੋਂ ਬਗੈਰ ਨਾ ਜ਼ਿੰਦਗੀ ਨਹੀਂ ਹੈ, ਯੋਗ ਬੜਾ ਮਹਾਨ ਹੈ। ਹੁਣ ਤੁਸੀਂ ਪਿੱਛੇ ਸਾਰਾ ਕੁਝ ਸੁਣਿਆ ਜੀ ਅੱਜ ਤੱਕ ਸਿੱਧਾਂ ਦੀ ਕਥਾ 'ਚ, ਇਹ ਉਹੀ ਯੋਗ ਹੈ ਜਿਹਦੇ ਤਾਂ ਹੀ ਗੁਰੂ ਨਾਨਕ ਸਾਹਿਬ ਬਾਣੀ ਵਿੱਚ ਕਹਿੰਦੇ ਆ ਗੱਲੀ ਯੋਗ ਨਾ ਹੋਈ, ਵੀ ਗੱਲਾਂ ਬਾਤਾਂ ਨਾਲ ਯੋਗ ਨਹੀਂ ਹੁੰਦਾ, ਯੋਗ ਕਮਾਇਆ ਤੋਂ ਕੋਈ ਰੋਗ ਹਟਦਾ ਨਹੀਂ। ਇਹ ਮਤ ਭੁਲੇਖਾ ਰੱਖਿਓ, ਕਿਉਂਕਿ ਆ ਜਿਹੜਾ ਯੋਗ ਹੈ ਇਹ ਸਿੱਖਾਂ ਦਾ ਨਹੀਂ ਹੈ। ਬੜੀ ਚਲਾਕੀ ਦੇ ਨਾਲ, ਸਾਜ਼ਿਸ਼ ਦੇ ਨਾਲ ਇਹਨੂੰ ਧਾਰਮਿਕ ਥਾਵਾਂ ਤੇ ਵਾੜ ਦਿੱਤਾ ਗਿਆ। ਸਿੱਖ ਵੀ ਲਾਗੇ ਕੈਂਪ ਲਾਉਣ। ਹੋਇਆ ਕੀ ਹੈ, ਜਿਹੜੇ ਕਹਿੰਦੇ ਸੀ ਯੋਗ ਕੀਤਿਆਂ ਰੋਗ ਕੱਟਿਆ ਜਾਂਦਾ ਹੈ, ਉਹ ਆਪ ਦਵਾਈ ਦੀਆਂ ਦੁਕਾਨਾਂ ਖੋਲੀ ਬੈਠੇ, ਨਾਲ ਨਾਲ ਦਵਾਈ ਵੀ ਲੈ ਲਓ, ਗੋਡੇ ਠੀਕ ਹੋ ਜਾਣਗੇ, ਫਲਾਣਾ ਹੋ ਜਾਊਗਾ। ਯੋਗ ਕਿਸੇ ਨੂੰ ਠੀਕ ਨਹੀਂ ਕਰ ਸਕਦਾ, ਤੰਦਰੁਸਤ ਨੂੰ ਤੰਦਰੁਸਤ ਰੱਖ ਸਕਦਾ, ਸਿਰਫ ਐਕਸਰਸਾਈਜ਼ ਹੈ, ਹੋਰ ਕੁਛ ਨਹੀਂ ਹੈ। ਤੇ ਯੋਗੀ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਯੋਗ ਦੀ ਮਹਿਮਾ ਕਰਦੇ ਆ। ਸਿੱਧ ਗੋਸ਼ਟ ਸਤਿਗੁਰਾਂ ਨੇ ਉਚਾਰਨ ਕੀਤੀ, ਕੀ ਆ ਯੋਗ? ਮਹਾਰਾਜ ਕਹਿੰਦੇ ਕੁਛ ਵੀ ਨਹੀਂ। ਗੁਰੂ ਨਾਨਕ ਸਾਹਿਬ ਜਿਸ ਯੋਗ ਦੀ ਵਿਰੋਧਤਾ ਕਰਦੇ ਸੀ, ਤੇ ਅੱਜ ਉਹ ਸਿੱਖ ਯੋਗ ਨੂੰ ਅਪਣਾ ਕੇ ਕਹਿੰਦੇ ਆ ਬਾਬਾ ਅਸੀਂ ਤੇਰੇ ਤੇ ਤੂੰ ਮੇਰਾ। ਹੋ ਸਕਦਾ ਹੈ? ਯੋਗ ਕਰਕੇ ਹੰਕਾਰ ਆਉਂਦਾ ਹੈ, ਵਿਕਾਰ ਆਉਂਦੇ ਆ, ਸਿੱਧ ਹੰਕਾਰੇ ਫਿਰਦੇ, ਕਹਿੰਦੇ ਬਾਬਾ ਯੋਗ ਬਿਨਾਂ ਗੱਲ ਨਹੀਂ ਬਣਦੀ, ਤੁਸੀਂ ਇਕੱਲਾ ਗਿਆਨ ਚੱਕੀ ਫਿਰਦੇ ਹੋ, ਕੀ ਕਰੋਗੇ? ਯੋਗ ਕਮਾਇਆ ਕਰੋ ਜੀਵਨ ਵਿੱਚ। ਗੁਰੂ ਸਾਹਿਬ ਸੁਣੀ ਗਏ, ਹੱਸੀ ਗਏ, ਪਰ ਹੱਸਦੇ ਬਾਕੀ ਸਿੱਧ ਵੀ ਨੇ, ਮੰਗਲਨਾਥ ਭਰਥਰੀ ਤੇ ਗੁਰੂ ਗੋਰਖ ਵੀ ਹੱਸਦਾ ਵੀ ਜਿਨ੍ਹਾਂ ਨੇ ਸਾਨੂੰ ਜ਼ੀਰੋ ਕਰਕੇ ਰੱਖਤਾ ਤੇ ਅਸੀਂ ਉਹਨਾਂ ਨੂੰ ਕੀ ਕਹਿ ਸਕਦੇ ਹਾਂ। ਪਰ ਖਿੰਥੜੇ ਨੂੰ ਇਹ ਭੁਲੇਖਾ ਸੀ ਵੀ ਸ਼ਾਇਦ ਮੇਰੇ ਗਿਆਨ ਤੇ ਮੇਰੀਆਂ ਗੱਲਾਂ ਕਰਕੇ ਬਾਬਾ ਜੀ ਮਜਬੂਰ ਹੋਣਗੇ। ਸਾਧਨ ਕੀਨੋ ਹੈ ਕੌਣ ਸੁਜੋਗ, ਭਲੀ ਬਿਦ ਸੋ ਮੁਝ ਦੇਹੋ ਬਤਾਈ। ਆਖਦਾ ਤਪਾ ਜੀ ਕਿਰਪਾ ਕਰਕੇ ਦੱਸੋ ਕਿਹੜਾ ਯੋਗ ਕਰਦੇ ਹੋ, ਯੋਗ ਦੇ ਕਿਹੜੇ ਸਾਧਨ ਕਰਦੇ ਹੋ, ਸੁਖੀ ਰਹਿਣ ਦੇ ਤਰੀਕੇ। ਪਰ ਬਾਣੀ ਸਪਸ਼ਟ ਕਹਿੰਦੀ ਹੈ ਯੋਗ ਸਿਧ ਆਸਣ 84 ਇਹ ਵੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਜਨਮੈ ਹਰ ਸਿਓ ਸੰਗ ਨਾ ਮਿਲਿਆ। ਮਹਾਰਾਜ ਕਹਿੰਦੇ ਯੋਗ ਦੇ 84 ਆਸਣ ਕਰ ਲਾ, ਕੁਛ ਨਹੀਂ ਮਿਲਣਾ, ਲੰਮੀਆਂ ਉਮਰਾਂ ਵਧਾ ਕੇ ਵੀ ਇੱਕ ਦਿਨ ਮਰਨਾ ਹੀ ਪੈਣਾ। ਸੁਖੀ ਕੌਣ ਹੈ? ਪੱਲੇ ਹੰਕਾਰ ਆ ਜਾਏਗਾ, ਵਿਕਾਰ ਆ ਜਾਏਗਾ, ਸਰੀਰ ਰੋਗੀ ਹੋ ਜਾਂਦਾ ਹੈ। ਗੁਰੂ ਬਾਬਾ ਜੀ ਨੂੰ ਕਹਿੰਦਾ ਤੁਸੀਂ ਕਿਹੜਾ ਯੋਗ ਕਰਦੇ ਹੋ? ਮਹਾਰਾਜ ਕਹਿੰਦੇ ਕੁਛ ਹੋਰ ਪੁੱਛਣਾ ਹੋਵੇ, ਕਹਿੰਦਾ ਗਿਆਨ ਧਿਆਨ ਕਿਹੜਾ ਰੱਖਦੇ, ਕਿਵੇਂ ਸਵਾਸ ਚੜਾਉਂਦੇ ਹੋ? ਕਬਿਤ ਸ੍ਰੀ ਗੁਰੂ ਕਹਿਤ ਪ੍ਰਣ ਜਾਮ ਕੀ ਕਰਮ ਤੀਨ, ਪੂਰਕ ਹੈ ਕੁੰਭਕ ਔਰ ਈਚਕ ਬਖਾਨੀਏ। ਹੁਣ ਯੋਗ ਕਿਹਨੂੰ ਕਹਿੰਦੇ ਆ? ਯੋਗ ਨਾਮ ਹੈ ਪ੍ਰਾਣਾਯਾਮ ਦਾ। ਪਰ ਜਿਹੜੀ ਅੱਜ ਤੋਂ 50 ਸਾਲ ਪਹਿਲਾਂ ਸਕੂਲਾਂ 'ਚ ਪੀਟੀ ਕਰਾਈ ਜਾਂਦੀ ਸੀ ਪੀਟੀ ਮਾਸਟਰ ਵੱਲੋਂ, ਹੁਣ ਵਾਲੀ ਉਹਨੂੰ ਯੋਗੀ ਦੱਸੀ ਜਾਂਦੇ। ਚੌਂਕੜਾ ਮਾਰ ਲਓ, 2 ਆਸਣ ਕਰਕੇ ਮੈਂ ਵੀ ਯੋਗੀ ਹਾਂ। ਯੋਗੀਆਂ ਦੇ ਘਰ ਬਹੁਤ ਦੂਰ ਨੇ। ਯੋਗੀ ਉਦੋਂ ਮੰਨਿਆ ਜਾਂਦਾ ਹੈ, ਯੋਗ ਉਦੋਂ ਮੰਨਿਆ ਜਾਂਦਾ ਜਦੋਂ ਸਵਾਸ ਚੜਾ ਕੇ ਉਮਰ ਵਧਾਉਣੀ ਆ ਜੇ, ਸਰੀਰ ਨੂੰ ਸੰਕਲਪ ਤੋਂ ਮੁਕਤ ਕੀਤਾ ਹੋਵੇ, ਮਨ ਨੂੰ ਸੰਕਲਪ ਤੋਂ ਰਹਿਤ ਕੀਤਾ, ਉਦੋਂ ਯੋਗ ਬਹੁਤ ਕਠਿਨ ਹੈ। ਕਿਉਂਕਿ ਯੋਗ ਕੀਤਿਆਂ ਹੱਠ ਕਰਨਾ ਪੈਂਦਾ ਹੈ, ਹੱਠ ਕਰਿਆ ਤੋਂ ਦੁੱਖ ਵੀ ਨੇ ਤੇ ਸੰਤੁਸ਼ਟੀ ਵੀ ਕੋਈ ਨਹੀਂ। ਸਤਿਗੁਰੂ ਕਹਿੰਦੇ ਕਿਹੜੇ ਯੋਗ ਦੀਆਂ ਗੱਲਾਂ ਕਰਦਾ ਇਹ ਤੇ ਪ੍ਰਾਣਾਯਾਮ ਹੈ। ਪ੍ਰਾਣਾਯਾਮ ਨੂੰ ਯੋਗ ਕਹਿੰਦੇ ਆ। ਪਰ ਅੱਜ ਕੱਲ੍ਹ ਲੋਕਾਂ ਦਾ ਯੋਗ ਹੋਰ ਤਰੀਕੇ ਦਾ, ਜਿਹਨੂੰ ਮਰਜ਼ੀ ਪੁੱਛ ਲਓ, ਸਾਰੇ ਟੀਚਰ ਬਣੇ ਫਿਰਦੇ ਆ। ਪਰ ਇੱਕ ਗੱਲ ਯਾਦ ਰੱਖਿਓ, ਜਿੰਨੇ ਆ ਯੋਗ ਦੇ ਟੀਚਰ ਬਣੇ ਫਿਰਦੇ ਇਹਨਾਂ ਨੂੰ 3600 ਰੋਗ ਲੱਗਿਆ। ਸਤਿਨਾਮ, ਬਿਮਾਰੀਆਂ ਦੇ ਘਰ ਨੇ, ਇੱਕ ਤੋਂ ਇੱਕ ਬਿਮਾਰੀ ਹੁੱਬ ਕੇ ਇਹਨਾਂ ਨੂੰ ਲੱਗੀ। ਜੋ ਮਰਜ਼ੀ ਪੁੱਛ ਲੈ, ਕਹਿੰਦੇ ਆ ਵੀ ਹੋਇਆ, ਕਹਿੰਦੇ ਗੋਡੇ ਆ ਵੀ ਔਖਾ ਹੋਣਾ, ਮੋਢੇ ਵੀ ਦੁਖਦੇ ਆ, ਪੇਟ 'ਚ ਵੀ ਦਰਦ ਰਹਿੰਦਾ ਏ,
ਸਰਵਾਈਕਲ ਵੀ ਹੈ, ਫਲਾਣਾ ਵੀ ਹੈ, ਫਲਾਣਾ ਵੀ। ਯਾਰ ਤੂੰ ਤੇ ਇੰਨਾ ਕੁਛ ਕਰਦਾ, ਤੈਨੂੰ ਤੇ ਹੋਣਾ ਕੁਛ ਨਹੀਂ ਚਾਹੀਦਾ। ਮੇਰੇ ਕਈ ਮਿੱਤਰ ਨੇ ਯੋਗ ਟੀਚਰ, ਲੋਕਾਂ ਨੂੰ ਯੋਗ ਦੇ ਗੁਣ ਦੱਸਦੇ ਫਿਰਦੇ, ਆਪਣੇ ਗੋਡੇ ਖਰਾਬ ਆ, ਸਤਨਾਮ, ਆਪ ਤੋਂ ਤੁਰਿਆ ਵੀ ਨਹੀਂ ਜਾਂਦਾ, ਤੇ ਲੋਕਾਂ ਨੂੰ ਕਹਿੰਦੇ ਆ ਕਰਿਆ ਕਰੋ ਗੋਡੇ ਠੀਕ ਹੋਣਗੇ। ਤੁਸੀਂ ਵੀ ਜਾਣਦੇ ਹੋ, ਤੁਹਾਡੇ 'ਚ ਵੀ ਆਉਂਦੇ ਆ ਕਈ, ਸਿਰਫ ਪ੍ਰਚਾਰ ਤੇ ਪ੍ਰਚਾਰ, ਜ਼ੋਰ ਲਾਇਆ ਹੋਇਆ। ਠੀਕ ਹੈ, ਐਕਸਰਸਾਈਜ਼ ਕਰੋ, ਭੱਜੋ ਨੱਠੋ, ਯੋਗ ਕਰਨਾ ਕਰ ਲਓ, ਪਰ ਐਡਾ ਵੀ ਮਹਾਨ ਨਾ ਦੱਸੋ ਵੀ ਤੁਸੀਂ ਹਰ ਚੀਜ਼ ਨੂੰ ਥੱਲੇ ਕਰ ਦੋ। ਗੁਰੂ ਸਾਹਿਬ ਕਹਿੰਦੇ ਪ੍ਰਾਣਾਯਾਮ ਹੈ, ਕਹਿੰਦੇ ਕਿੰਨੀ ਤਰ੍ਹਾਂ ਦਾ ਹੈ ਮਹਾਰਾਜ? ਕਹਿੰਦੇ ਪ੍ਰਾਣਾਯਾਮ ਕਈ ਪ੍ਰਕਾਰ ਦਾ ਏ, ਪਰ ਮੁੱਖ ਪ੍ਰਾਣਾਯਾਮ ਹੈ ਰੇਚਕ, ਕੁੰਭਕ ਤੇ ਕਰਮਾਤਾ। ਖਿੰਥੜਾ ਮਰਦ ਵੱਲ ਵੇਖੇ ਵੀ ਇਹ ਯੋਗੀ ਹੈ ਨਹੀਂ, ਸੁਣਿਆ ਇਹ ਗ੍ਰਸਤੀ ਨੇ, ਵਿਆਹ ਕਰਾਇਆ ਹੋਇਆ, ਇਹ ਕਿਵੇਂ ਜਾਣਦੇ ਨੇ? ਸੁਣ ਕੇ ਭਗਤ ਭਾਓ, ਊਰਖ ਕੋ ਕੀਨੋ ਨੀਕੇ, ਨਾਮ ਲਿਵ ਲਾਈ ਨੀਤ ਕੁੰਭਕ ਪਰਮਾਨੀਏ। ਸਤਿਗੁਰੂ ਕਹਿੰਦੇ ਭਗਤੀ ਕਰਨਾ ਇਹ ਪੂਰਕ ਹੈ, ਲਿਵ ਲਾ ਕੇ ਰੱਖਣੀ ਇਹ ਕੁੰਭਕ ਹੈ। ਹੁਣ ਰੇਚਕ, ਕੁੰਭਕ ਤੇ ਕਰਮਾਤਾ ਕੀ ਹੈ? ਸਾਹ ਖਿੱਚਣਾ ਰੇਚਕ ਹੈ, ਟਿਕਾ ਕੇ ਰੱਖਣਾ ਕੁੰਭਕ ਹੈ, ਛੱਡ ਦੇਣਾ ਕਰਮਾਤਾ ਹੈ। ਇਹਦੇ ਦੁਆਰਾ ਹੀ ਦਸਮ ਦੇ ਸਵਾਸ ਖੁੱਲ੍ਹਦੇ ਆ, ਦਸਮ 'ਚ ਜਾਇਆ ਜਾਂਦਾ ਹੈ। ਪਰ ਦਸਮ ਦੀ ਘਾਟੀ ਕੋਈ ਬਹੁਤੀ ਵੱਡੀ ਨਹੀਂ ਸਿੱਖੀ ਲਈ, ਇਹ ਛੋਟੀਆਂ ਗੱਲਾਂ ਨੇ। ਗੁਰੂ ਨਾਨਕ ਸਾਹਿਬ ਦਾ ਮਾਰਗ ਕੋਈ ਦਸਮ ਤੇ ਜਾ ਕੇ ਥੋੜਾ ਰੁਕ ਜਾਂਦਾ ਹੈ। ਗੁਰੂ ਸਾਹਿਬ ਤੇ ਦਸਮ ਤੋਂ ਉੱਪਰ ਦੀਆਂ ਗੱਲਾਂ ਕਰਦੇ ਆ, ਸਿੱਧ ਜਾ ਕੇ ਦਸਮ 'ਚ ਰੁਕ ਗਏ ਤੋਂ ਉੱਪਰ ਉਹਨਾਂ ਨੇ ਕੁਛ ਬੋਲਿਆ ਹੀ ਨਹੀਂ, ਕੁਛ ਆਖਿਆ ਹੀ ਨਹੀਂ। ਕਹਿੰਦੇ ਬਸ ਇਹੀ ਆਨੰਦ ਹੈ, ਅਨਹਦਾ ਨਾਦ ਵੱਜਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਭਗਤੀ ਕਰਦੇ ਆ, ਲਿਵ ਨੂੰ ਸੁਰਤ 'ਚ ਟਿਕਾ ਕੇ ਰੱਖਦੇ ਆ। ਤਜੇ ਹੈ ਵਿਕਾਰ ਮਨ, ਰੇਚਕ ਵਿਚਾਰ ਲੀਜੈ। ਮਨ ਦੇ ਵਿਕਾਰ ਛੱਡਣੇ, ਕਹਿੰਦੇ ਇਹਨੂੰ ਰੇਚਕ ਸਮਝ ਲੈ, ਰੇਚਕ ਕੁੰਭਕ ਕਰਮਾਤਾ। ਸਾਹਿਬ ਕਹਿੰਦੇ ਮਨ ਰੋਕਿਆ ਹੋਇਆ, ਮਨ ਟਿਕਾਇਆ ਹੋਇਆ ਸੀ। ਯੋਗੀਓ ਤੁਹਾਡੇ ਵਾਂਗੂ ਨਹੀਂ, ਸਵਾਸ ਵੀ ਚੜਾ ਲਏ ਆ, ਲੰਮੀਆਂ ਉਮਰਾਂ ਵੀ ਕਰ ਲਈਆਂ, ਯੋਗ ਕਰ ਰਹੇ ਹੋ ਬੈਠੇ ਤੇ ਮਨ ਫੇਰ ਪਰੇਸ਼ਾਨ ਹੈ। ਗੁਰੂ ਸਾਹਿਬ ਇੱਕੋ ਹੀ ਗੱਲ ਸਮਝਾਉਂਦੇ ਰਹੇ ਯੋਗ ਦੇ ਵਿੱਚ ਵੀ ਯੋਗ ਕਰਕੇ ਜੇ ਅੰਦਰੋਂ ਸ਼ਾਂਤੀ ਨਾ ਮਿਲੀ ਤੇ ਫਾਇਦਾ ਕੀ ਹੈ? ਇੱਥੇ ਤੇ ਯੋਗ ਵਾਲੇ ਡਿਪਰੈਸ਼ਨ 'ਚ ਤੁਰੇ ਫਿਰਦੇ, ਟੈਨਸ਼ਨਾਂ 'ਚ ਤੁਰੇ ਫਿਰਦੇ ਆ, ਡਿੱਗਦੇ ਫਿਰਦੇ ਆ। ਨਹੀਂ ਭਾਈ, ਐਸਾ ਕਰੋ ਜਿਹਦੇ ਨਾਲ ਮਨ ਇਕਾਗਰ ਹੋਵੇ। ਜੇ ਤੁਹਾਡਾ ਮਨ ਬਿਮਾਰ ਆ ਨਾ, ਸਰੀਰ ਜਿੰਨਾ ਮਰਜ਼ੀ ਤੰਦਰੁਸਤ ਰੱਖ ਲਿਓ, ਕੋਈ ਨਾ ਕੋਈ ਰੋਗ ਲੱਗਿਆ ਰਹਿਣਾ। ਗੁਰੂ ਸਾਹਿਬ ਕੀ ਕਹਿੰਦੇ ਆ? ਸਤਿਗੁਰ ਕਹਿੰਦੇ ਮਨ ਬਲਵਾਨ ਕਰ ਲਓ, ਤਨ ਆਪੀ ਬਲਵਾਨ ਹੈ। ਜਿਹਦਾ ਮਨ ਬਿਮਾਰ ਹੈ ਉਹਨੂੰ ਦੁਨੀਆ ਤੇ ਕੋਈ ਠੀਕ ਕਰ ਸਕਦਾ ਜੀ? ਮਨ ਵੀ ਦੁਖੀ ਹੈ, ਤਨ ਵੀ ਦੁਖੀ ਹੈ। ਅਸੀਂ ਤਨ ਠੀਕ ਕਰਨ ਤੇ ਲੱਗੇ ਹੋਏ ਆ, ਉਹਨਾਂ ਯਤਨਾਂ ਪਿੱਛੇ, ਸਾਧਨਾ ਪਿੱਛੇ ਵੀ ਮਨ ਪਰੇਸ਼ਾਨ ਹੈ, ਮਨ ਦੁਖੀ ਹੈ। ਘਰੇ ਚਿੱਤ ਨਹੀਂ ਲੱਗਦਾ, ਬਾਹਰ ਕੁਝ ਨਹੀਂ ਚੰਗਾ ਲੱਗਦਾ, ਆਪਣਿਆਂ ਤੋਂ ਵੀ ਦੁਖੀ ਆ, ਬਗਾਨਿਆਂ ਤੋਂ ਵੀ ਦੁਖੀ ਆ, ਸਰੀਰ ਤੋਂ ਵੀ ਦੁਖੀ। ਕਰੀਏ ਤੇ ਕਰੀਏ ਕੀ? ਹੌਲੀ ਹੌਲੀ ਬੰਦਾ ਜੇ ਰੱਬ ਨੂੰ ਜਪਣਾ ਸੀ ਉਹ ਤੋਂ ਵੀ ਦੁਖੀ ਹੋ ਗਿਆ, ਕਹਿੰਦਾ ਨਾ ਜੀ ਹੁਣ ਤੇ ਰੱਬ ਵੀ ਚੰਗਾ ਨਹੀਂ ਲੱਗਦਾ। ਕਿਉਂ? ਤੂੰ ਆਪਣੇ ਆਪ ਤੋਂ ਦੂਰ ਹੋ ਗਿਆ। ਜਿੱਦਣ ਮਨ ਤੁਹਾਡਾ ਖੁਸ਼ ਹੈ ਨਾ, ਮਨ ਸੰਤੁਸ਼ਟ ਹੈ, ਬਹੁਤੇ ਪੁਰਾਣੇ ਵੀ ਕੱਪੜੇ ਪਾਏ ਹੁਣ ਉਹ ਵੀ ਫੱਬੀ ਜਾਂਦੇ ਆ, ਉਹ ਵੀ ਚੰਗੇ ਲੱਗਦੇ ਆ। ਤੇ ਜੇ ਮਨ ਦੁਖੀ ਹੈ ਨਾ, 36 ਪ੍ਰਕਾਰ ਦੇ ਭੋਜਨ ਸਾਹਮਣੇ ਪਏ ਮਿੱਟੀ ਨੇ, ਸੋਹਣੇ ਕੱਪੜੇ, ਮਹਿਲ ਮੁਨਾਰੇ ਮਿੱਟੀ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਆ, ਕਹਿੰਦੇ ਭਾਈ ਅਸੀਂ ਮਨ ਇਕਾਗਰ ਕੀਤਾ ਹੋਇਆ ਏ, ਕਿਉਂਕਿ ਮਨ ਆਪਣੇ ਨੂੰ ਸੰਭਾਲ ਲਿਆ ਸੀ। ਯੋਗੀਓ ਤੁਸੀਂ ਸਰੀਰ ਸੰਭਾਲਿਆ, ਮਨ ਭਟਕਦਾ ਫਿਰਦਾ ਹੈ, ਮਨ ਤੁਹਾਡਾ ਹੰਕਾਰੀ ਹੋਇਆ ਫਿਰਦਾ ਏ। ਕਲੀ ਕਾਲ ਵਿਖੇ ਐਸੋ ਜੋਗ ਗਤ ਦਾਨੀਏ। ਗੁਰੂ ਸਾਹਿਬ ਕਹਿੰਦੇ ਕਲੀ ਕਾਲ ਵਿਖੇ ਐਸੋ ਜੋਗ ਗਤ ਦਾਨੀ ਹੈ। ਕਲਯੁਗ ਦੇ ਸਮੇਂ ਵਿੱਚ ਕਹਿੰਦੇ ਐਸਾ ਯੋਗ ਕੀਤਿਆਂ ਮੁਕਤੀ ਪ੍ਰਾਪਤ ਹੋਣੀ ਹੈ। ਗੱਲੀ ਯੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ ਯੋਗੀ ਕਹੀਐ ਸੋਈ। ਸਤਿਗੁਰ ਕਹਿੰਦੇ ਯੋਗੀ ਕੌਣ ਹੈ? ਭਗਵੇ ਕੱਪੜੇ ਪਾ ਕੇ 2-4 ਸੱਪ ਰੱਖ ਲੈ ਯੋਗੀ ਬਣ ਗਏ, ਕੰਨਾਂ 'ਚ ਮੁੰਦਰਾਂ ਪਾ ਕੇ ਬੀਨ ਚੁੱਕੀ ਫਿਰਦਾ ਯੋਗੀ ਆਏ? ਨਹੀਂ। ਸਾਹਿਬ ਕਹਿੰਦੇ ਜਿਹਨੇ ਆਪਣੀ ਨਜ਼ਰ ਨਾਲ ਸਭ ਨੂੰ ਇੱਕ ਸਮਾਨ ਵੇਖਿਆ ਉਹਨੂੰ ਯੋਗੀ ਕਿਹਾ ਜਾਂਦਾ। ਯੋਗੀ ਦਾ ਅਰਥ ਹੈ ਜੁੜਨਾ, ਯੋਗ ਦਾ ਅਰਥ ਹੈ ਜੁੜ ਜਾਣਾ। ਅੱਜ ਸਾਨੂੰ ਅਰਥਾਂ ਦਾ ਹੀ ਨਹੀਂ ਪਤਾ, ਹੋਰੇ ਪਾਸੇ ਲਈ ਫਿਰਦੇ ਆ, ਰਜਿਸਟਰਡ ਕਰਾਈ ਫਿਰਦੇ ਆ, ਯੋਗ ਸਾਡਾ ਏ, ਫਲਾਣਾ ਕਹਿੰਦਾ ਸਾਡਾ ਏ। ਨਹੀਂ ਭਾਈ, ਸਰੀਰ ਨੂੰ ਸਵਸਥ ਰੱਖਣਾ ਸੀ, ਉਹ ਰੱਖ ਨਹੀਂ ਸਕਿਆ ਕਿਉਂਕਿ ਮਨ ਬਿਮਾਰ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਗੱਲਾਂ ਬਾਤਾਂ ਨਾਲ ਯੋਗ ਨਹੀਂ ਕਮਾਈਦਾ,
ਕਿਉਂਕਿ ਆਹ ਜੋਗੀ ਸਤਿਗੁਰਾਂ ਨੂੰ ਕਹਿੰਦੇ ਸੀ ਨਾ, ਇਹ ਗੱਲਾਂ ਕਰਦੇ ਆ, ਗੱਲਾਂ ਬਾਤਾਂ ਹੀ ਕਰਦੇ ਆ, ਆਓ ਕਰਾਮਾਤ ਵਿਖਾਓ। ਸਾਹਿਬ ਕਹਿੰਦੇ ਜੇ ਮਨ ਤੁਹਾਡਾ ਟਿਕਿਆ ਹੀ ਨਹੀਂ ਹੋਇਆ, ਇਹ ਇਕਾਗਰ ਨਹੀਂ, ਇਹ ਸ਼ਾਂਤ ਨਹੀਂ, ਕਿਤੇ ਵੀ ਸੁੱਖ ਨਹੀਂ ਮਿਲਣਾ। ਖਿੰਥਰਾ ਸੁਣਤ ਹਰ ਖਾਏ ਲਪਟਾਏ ਪੱਗ, ਤੂੰ ਹੈ ਕਰਤਾਰ ਅਵਤਾਰ ਦੰਭ ਹਾਨੀਏ। ਸਤਿਗੁਰਾਂ ਨੇ ਕਹਿ ਦਿੱਤਾ, ਵੱਡੀ ਗੱਲ ਹੈ ਮਨ ਦਾ ਆਨੰਦਿਤ ਹੋਣਾ। ਮਨ ਸੁਖੀ ਨਹੀਂ, ਤਨ ਕਿੱਥੋਂ ਸੁਖੀ ਹੋਣਾ। ਬਾਣੀ ਲਿਖਦੀ ਨਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਅਸੀਂ ਅਰਥ ਕੀ ਕਰ ਲਏ ਵੀ ਜੇ ਘਰੇ ਕਲੇਸ਼ ਨਹੀਂ ਹੈਗਾ ਤੇ ਬਾਹਰ ਮੌਜਾਂ, ਇਹ ਥੋੜੀ ਅਰਥ ਹੈ। ਗੁਰਬਾਣੀ ਦਾ ਅਰਥ ਹੈ ਘਰ ਨਾਮ ਹਿਰਦਾ। ਜੇ ਤੁਹਾਡਾ ਹਿਰਦਾ ਘਰ ਸੁਖੀ ਵਸਦਾ ਤੇ ਦੁਨੀਆ 'ਚ ਤੁਸੀਂ ਚੰਗੇ ਲੱਗਦੇ ਤੇ ਲੋਕ ਤੁਹਾਨੂੰ ਚੰਗੇ ਲੱਗਣਗੇ। ਲਓ ਜੀ, ਤੁਸੀਂ ਹੋਵੋ ਮਨ ਕਰਕੇ ਦੁਖੀ, ਤੁਹਾਡੇ ਸਾਹਮਣੇ ਛੋਟਾ ਜਿਹਾ ਬੱਚਾ ਵੀ ਖੇਡੇ, ਤੁਹਾਨੂੰ ਉਹ ਤੇ ਵੀ ਖਿਝ ਚੜੀ ਜਾਂਦੀ, ਚੱਲ ਅੰਦਰ ਰੌਲਾ ਪਾਇਆ, ਕੀ ਕਰਦਾ ਹੈ, ਦੁਖੀ ਹੋ ਨਾ। ਤੇ ਜੇ ਤੁਹਾਡਾ ਮਨ ਖੁਸ਼ ਹੋਵੇ ਨਾ, ਬੱਚੇ ਦੀ ਗੱਲ ਛੱਡੋ, ਬਜ਼ੁਰਗ ਨੂੰ ਵੇਖ ਕੇ ਵੀ ਹਾਸਾ ਆਉਂਦਾ, ਬੰਦਾ ਉਹਦੇ ਨਾਲ ਵੀ ਛੇੜਖਾਨੀਆਂ ਕਰੀਏ, ਬਾਪੂ ਕਿੱਦਾਂ ਫਿਰ ਆ ਖੇਡੀਏ, ਮਨ ਖੁਸ਼ ਹੈ, ਸੰਤੁਸ਼ਟ ਹੈ ਨਾ ਮਨ। ਗੁਰੂ ਸਾਹਿਬ ਕਹਿੰਦੇ ਮਨ ਨੂੰ ਆਨੰਦਿਤ ਰੱਖਣਾ ਹੀ ਅਵਸਥਾ ਦਾ ਜ਼ਿਕਰ ਹੈ। ਜਦੋਂ ਸਤਿਗੁਰਾਂ ਤੋਂ ਇਹ ਬਚਨ ਸੁਣੇ ਨਾ, ਖਿੰਥੜੇ ਨੇ ਗੁਰੂ ਸਾਹਿਬ ਦੇ ਚਰਨ ਫੜ ਲਏ। ਕਹਿੰਦਾ ਬਾਬਾ, ਗੁਰੂ ਗੋਰਖ ਸਾਹਮਣੇ ਬੈਠਾ ਹੈ, ਇਹਨੇ ਮਨ ਵਸ ਕਰਨ ਦੀ ਕਦੇ ਵਿਧੀ ਉਹ ਨਹੀਂ ਦੱਸੀ। ਆਖੋ ਸਤਿਨਾਮ, ਤੁਸੀਂ ਤੇ ਰੱਬ ਹੋ, ਕਰਤਾਰ ਹੋ, ਜਿਨ੍ਹਾਂ ਨੇ ਮੈਨੂੰ ਆਪਣੇ ਆਪ ਨਾਲ ਜੋੜ ਦਿੱਤਾ। ਮੈਂ ਤੇ ਸਰੀਰ ਪਿੱਛੇ ਭੱਜਿਆ ਫਿਰੀ ਗਿਆ। ਅੱਜ ਜਿੰਨੀਆਂ ਸਾਨੂੰ ਬਿਮਾਰੀਆਂ ਲੱਗੀਆਂ, ਹਰ ਬੰਦੇ ਨੂੰ, ਤੁਹਾਡੇ 'ਚ ਕੋਈ ਇੱਕ ਬੰਦਾ ਹੈ, ਚਲੋ ਬਾਹਰ ਦੀ ਗੱਲ ਛੱਡੋ, ਜਿਹੜਾ ਆਖੇ ਜੀ ਮੈਂ ਬਿਲਕੁਲ 100% ਤੰਦਰੁਸਤ ਹਾਂ, ਕੋਈ ਵੀ ਨਹੀਂ ਹੈ। ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਛੋਟੀ ਵੱਡੀ ਮਾੜੀ ਮੋਟੀ ਬਿਮਾਰੀ ਹੈ, ਮਾੜੀ ਮੋਟੀ। ਕਈਆਂ ਨੇ ਕੋਈ ਟੈਸਟ ਨਹੀਂ ਕਰਾਇਆ ਹੁੰਦਾ, ਇਸ ਕਰਕੇ ਉਹਨਾਂ ਨੂੰ ਭੁਲੇਖਾ ਹੁੰਦਾ ਸੀ ਤੰਦਰੁਸਤ ਆ। ਜਿਹੜਾ ਮਰਜ਼ੀ ਕਰਾਓ, ਫੁੱਲ ਵੱਡਾ ਫੁੱਲ ਟੈਸਟ ਕਿਹਦਾ ਹੁੰਦਾ ਦੱਸੋ ਤੇ ਸਹੀ, ਵੀ ਬਾਈ ਮੇਰੇ ਸਹੀ ਆਏ, ਸਾਰੇ ਐਵਰੇਜ ਨੇ, ਗੁੱਡ ਨੇ, ਸਭ ਦੇ ਵੱਧ ਘੱਟ ਨੇ। ਕਾਰਨ ਚਲੋ ਜੇ ਕੋਈ ਸਰੀਰ ਕਰਕੇ ਤੰਦਰੁਸਤ ਤੁਰਿਆ ਫਿਰਦਾ, ਉਹ ਵੀ ਉਦਾਸ ਹੈ, ਕਹਿੰਦਾ ਮੈਂ ਘਰੋਂ ਦੁਖੀ ਹਾਂ, ਕੋਈ ਕਹਿੰਦਾ ਮੈਂ ਪਰਿਵਾਰ ਤੋਂ ਦੁਖੀ ਹਾਂ, ਕੋਈ ਕਹਿੰਦਾ ਨਿਆਣਿਆਂ ਤੋਂ ਦੁਖੀ ਹਾਂ। ਦੁਖੀ ਹੈ ਨਾ ਬੰਦਾ, ਪਰੇਸ਼ਾਨ ਹੈ। ਤੇ ਜੇ ਪਰੇਸ਼ਾਨ ਹੈ, ਉਹਦੇ ਸਾਹਮਣੇ ਤੁਸੀਂ ਸੋਨਾ ਰੱਖ ਦਿਓ, ਚਾਂਦੀ ਰੱਖ ਦਿਓ, ਅਮਰੀਕਾ ਭੇਜ ਦਿਓ, ਆਸਟ੍ਰੇਲੀਆ ਭੇਜ ਦਿਓ, ਉਹ ਕਹਿੰਦਾ ਨਹੀਂ, ਜਿਹਦਾ ਮਨ ਇੱਥੇ ਨਹੀਂ ਲੱਗਿਆ, ਲੱਗਣਾ ਫਿਰ ਉੱਥੇ ਵੀ ਨਹੀਂ। ਆਖੋ ਸਤਿਨਾਮ, ਕਿਉਂਕਿ ਮਨ ਦੁਖੀ ਹੈ, ਮਨ ਪਰੇਸ਼ਾਨ ਹੈ, ਮਨ ਦੁਬਦਾ 'ਚ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਜੇ ਮਨ ਸੁਖੀ ਹੈ, ਜੇ ਮਨ ਆਨੰਦਿਤ ਹੈ ਨਾ, ਜੰਗਲ ਵੀ ਪਿਆਰੇ ਲੱਗਦੇ ਆ, ਕੁਦਰਤ ਨਾਲ ਵੀ ਗੱਲਾਂ ਕਰਦਾ ਹੈ, ਪਸ਼ੂਆਂ ਦੇ ਵਿੱਚ ਵੀ ਉਹਨੂੰ ਰੱਬ ਨਜ਼ਰ ਆਉਂਦਾ ਹੈ, ਕਿਉਂਕਿ ਆਨੰਦਿਤ ਹੈ, ਸੁਖੀ ਹੈ। ਪਾਤਸ਼ਾਹ ਕਹਿੰਦੇ ਖਿੰਥੜਾ, ਕੱਲਾ ਯੋਗ ਕਮਾ ਲਿਆ ਭਾਈ, ਮਨ ਤੇ ਤੁਰਿਆ ਹੀ ਫਿਰਦਾ, ਇਹਦੀ ਤੇ ਖੁਰਾਕ ਇਹਨੂੰ ਮਿਲੀ ਨਹੀਂ। ਸਰੀਰ ਦੀ ਖੁਰਾਕ ਸਰੀਰ ਨੂੰ ਦੇਤੀ, ਮਨ ਦੀ ਖੁਰਾਕ, ਰੂਹ ਦੀ ਖੁਰਾਕ ਦੱਸੋ ਕਿਹਦੇ ਕੋਲ? ਉਹ ਕਿਹੜੀ ਸੀ? ਭਗਤੀ, ਸਿਮਰਨ। ਸਿਮਰਨ ਕੀ ਹੈ? ਭਗਤੀ ਕੀ ਹੈ? ਇਕਾਗਰਤਾ ਦਾ ਵਿਸ਼ਾ ਏ। ਲੱਖ ਦੁਖੀ ਹੋਵੋ, ਗੁਰੂ ਨਾਨਕ ਦੇ ਘਰ ਬਹਿ ਕੇ ਬਾਣੀ ਪੜ੍ਹ ਲਓ, ਸਿਮਰਨ ਕਰ ਲਓ, ਸ਼ਾਂਤੀ ਮਿਲ ਜਾਂਦੀ ਹੈ। ਜਿਹੜਾ ਆਨੰਦ ਤੁਹਾਨੂੰ ਪਾਠ ਕਰਕੇ ਮਿਲਣਾ, ਕਥਾ ਕੀਰਤਨ ਸੁਣ ਕੇ ਮਿਲਣਾ ਹੈ, ਮਾਫ ਕਰਿਓ, ਦੁਨੀਆ ਦੀ ਕਿਸੇ ਦਵਾਈ ਵਿੱਚ ਨਹੀਂ ਹੈ। ਇਸੇ ਕਰਕੇ ਸਤਿਗੁਰਾਂ ਲਿਖਿਆ, ਸਰਬ ਰੋਗ ਕਾ ਔਖਦ ਨਾਮ। ਸਾਰਿਆਂ ਰੋਗਾਂ ਦੀ ਇੱਕੋ ਇੱਕ ਦਵਾਈ ਹੈ, ਪਰਮੇਸ਼ਰ ਦਾ ਨਾਮ। ਖਿੰਥੜਾ ਕਹਿੰਦਾ ਪਾਤਸ਼ਾਹ, ਇਹ ਦਵਾਈ ਮੇਰੀ ਝੋਲੀ ਪਾ ਦਿਓ। ਗੁਰੂ ਨਾਨਕ ਸਾਹਿਬ ਕਹਿੰਦੇ ਨਾਮ ਜਪਿਆ ਕਰ, ਓਏ ਕਠਿਨ ਤਪ ਨਾ ਕਰਿਆ ਕਰ। ਦੇਖੋ ਜੀ, ਤੁਹਾਡਾ ਮਨ ਸੁਖੀ। ਤੁਸੀਂ ਵੇਖਿਆ ਹੋਣਾ ਬੜੇ ਲੋਕ ਇਦਾਂ ਦੇ ਹੁੰਦੇ ਆ, ਨਾ ਕੋਈ ਐਕਸਰਸਾਈਜ਼, ਨਾ ਕੋਈ ਯੋਗ, ਕੁਝ ਵੀ ਨਹੀਂ ਕਰਦੇ, ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ, ਪਰ ਸਿਹਤ ਵੇਖੋ ਟੈਸਟ ਗੁੱਡ। ਕਾਰਨ ਕੀ ਹੈ? ਘਰੋਂ ਵੀ ਸੁਖੀ ਨੇ, ਸੰਤੁਸ਼ਟ ਰਹਿੰਦੇ ਆ, ਪਰਵਾਹ ਹੀ ਨਹੀਂ ਕਰਦੇ ਕਿਸੇ ਦੀ, ਕਹਿੰਦੇ ਜੋ ਹੋ ਗਿਆ ਵੇਖੀ ਜਾਓ, ਬੇਪਰਵਾਹ ਨਹੀਂ। ਪਰ ਇੱਕ ਬੰਦਾ ਇਹੋ ਜਿਹਾ ਵੀ ਹੁੰਦਾ, ਸਵੇਰ ਸ਼ਾਮ ਪਾਰਕ ਭੱਜਿਆ ਫਿਰਦਾ, ਸੜਕਾਂ 'ਤੇ ਭੱਜਿਆ ਫਿਰਦਾ, ਸ਼ੂ ਪਾ ਕੇ, ਸਾਹ ਨਹੀਂ ਲੈਂਦਾ, ਡਾਈਟ ਕੰਟਰੋਲ, ਬੜਾ ਕੁਝ ਕੀਤਾ ਹੋਇਆ, ਪਰ ਸਰੀਰ ਦਾ ਹਾਲ ਫੇਰ ਉਹੀ ਹੈ। ਤੰਦਰੁਸਤ ਕਿਉਂ ਨਹੀਂ? ਕਿਉਂਕਿ ਮਾਨਸਿਕ ਰੋਗੀ ਬਣ ਗਏ ਹੈ, ਮਨ ਬਿਮਾਰ ਹੈ। ਅੱਜ ਅਸੀਂ ਸਰੀਰ ਤੇ ਸਾਰੇ ਵਰਕ ਕਰਦੇ ਹਾਂ, ਮਨ ਤੇ ਕੰਮ ਕੋਈ ਵੀ ਨਹੀਂ ਕਰਦਾ। ਮਨ ਦੁਖੀ ਕਿਉਂ ਹੈ? ਸੋਸ਼ਲ ਮੀਡੀਆ, ਲੋਕਾਂ ਦੀਆਂ ਟੈਨਸ਼ਨਾਂ ਅਸੀਂ ਆਪਣੀਆਂ ਬਣਾਈ ਫਿਰਦੇ। ਕਿਸੇ ਥਾਂ ਤੇ ਲੜਾਈ ਹੋ ਗਈ, ਵੇਖ ਲਿਆ ਤਾਂ ਟੈਨਸ਼ਨ। ਅੱਗੇ ਲੋਕ ਤੰਦਰੁਸਤ ਕਿਉਂ ਸੀ? ਨਾ ਕਿਸੇ ਕੋਲ ਟੈਲੀਵਿਜ਼ਨ, ਨਾ ਇੰਟਰਨੈਟ, ਕਿਸੇ ਨੇ ਗੱਲ ਸੁਣਾਤੀ, ਪਰਵਾਹ ਕੋਈ ਨਹੀਂ। ਹੁਣ ਤੇ ਹਾਦਸਾ ਹੁੰਦਾ ਹੈ, ਸਾਹਮਣੇ ਵੇਖ ਲੈਂਦਾ, ਰਾਤ ਨੂੰ ਨੀਂਦ ਨਹੀਂ ਆਉਂਦੀ, ਫਲਾਣੀ ਥਾਂ ਤੇ ਭੁਚਾਲ ਆ ਗਿਆ, ਇੰਨੇ ਲੋਕ ਮਰ ਗਏ। ਇਹ ਕੀ ਹੋਇਆ? ਮਾਨਸਿਕ ਰੋਗ, ਦਿਮਾਗ ਤੇ ਆ ਗਿਆ ਲੋਡ।
ਕਿਸੇ ਦੀ ਲੜਾਈ ਵੇਖ ਲਈ, ਕਿਸੇ ਦੀ ਪੜ੍ਹਾਈ ਵੇਖ ਲਈ। ਇਹ ਚੀਜ਼ਾਂ ਵੇਖ 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 ਬੰਦਾ ਇੰਨਾ ਪਜ਼ਲ ਹੋ ਗਿਆ, ਇੰਨਾ ਪਰੇਸ਼ਾਨ ਹੋ ਗਿਆ, ਉਹ ਸਾਰਾ ਇਫੈਕਟ ਇਹਦੇ ਸਰੀਰ ਤੇ ਆਉਂਦਾ। ਜਿੰਨਾ ਮਰਜ਼ੀ ਭੱਜੀ ਜਾਵੇ, ਜੋ ਮਰਜ਼ੀ ਖਾਈ ਜਾਵੇ। ਇਹੀ ਕਾਰਨ ਹੈ, ਕਿਉਂਕਿ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦਾ ਜਾਂਦਾ ਹੈ। ਗੱਲਾਂ ਦਿਲ ਤੇ ਲੱਗਦੀਆਂ ਜਾ ਰਹੀਆਂ ਨੇ। ਬਾਣੀ ਪੜ੍ਹਨ ਵਾਲਾ ਬੜਾ ਸਟਰੋਂਗ ਹੁੰਦਾ ਹੈ, ਵੱਧ ਗਿਆ, ਚੜ੍ਹਦੀ ਕਲਾ 'ਚ ਰਹਿੰਦਾ ਹੈ। ਕਹਿੰਦਾ ਕੋਈ ਨਹੀਂ, ਇਹ ਦੁਨੀਆ ਦੀ ਕਾਰ ਹੈ, ਚੱਲਦੀ ਰਹਿਣੀ ਹੈ। ਇਹ ਸਮਾਜ ਹੈ, ਇਹ ਇੱਦਾਂ ਹੀ ਚੱਲਣਾ ਹੈ। ਆਪਾਂ ਵੀ ਇਸੇ ਦੁਨੀਆ ਦੇ ਹਿੱਸੇ ਆ। ਦੁੱਖ ਰੋਗ ਆਉਣਗੇ, ਪਰ ਆਪਾਂ ਦੁਖੀ ਨਹੀਂ ਹੋਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਸਮਝਾ ਦਿੱਤਾ, ਖਿੰਥੜਿਆ ਨਾਮ ਜਪਿਆ ਕਰ। ਕਹਿੰਦਾ ਬਾਬਾ ਪਹਿਲਾਂ ਦਛਣਾ ਲੈ ਲਓ, ਦੇ ਦਿਓ, ਨਾਮ ਦੀ ਦਾਤ ਦੇ ਦਿਓ। ਝੋਲੀ ਅੱਡ ਲਈ, ਚਰਨ ਫੜ ਲਏ। ਗੁਰੂ ਨਾਨਕ ਸਾਹਿਬ ਜੀ ਨੇ ਸਿਰ ਤੇ ਹੱਥ ਰੱਖਿਆ, ਕਹਿੰਦੇ ਆਖ ਵਾਹਿਗੁਰੂ ਆਖ ਸਤਿਨਾਮ। ਜਦੋਂ ਕਹਿੰਦੇ ਉਹਨੇ ਰਸਨਾ ਤੋਂ ਵਾਹਿਗੁਰੂ ਆਖਿਆ, ਵੇਖੋ ਭਲਾ ਤੇ ਨਾਮ ਜਪਣ ਨਾਲ ਹੋਣਾ ਨਾ। ਪਹਿਲਾਂ ਬੇਸ਼ੱਕ ਉਹ ਰੱਬ ਨੂੰ ਚੇਤੇ ਵੀ ਕਰਦੇ ਆ, ਪਰ ਹਉਮੈ ਸੀ, ਮੈਂ ਉਹੀ ਹਾਂ, ਮੈਂ ਵੱਡਾ ਹਾਂ, ਮੈਂ ਕਰਾਮਾਤੀ, ਮੈਂ ਸੁਮੇਰ ਦੀ ਚੋਟੀ ਤੇ ਬਹਿ ਗਿਆ। ਸਾਡਾ ਗੁਰੂ ਵੱਡਾ ਸੀ ਖਾਸ ਲੋਕਾਂ ਤੋਂ। ਇਹ ਹੰਕਾਰ ਹੀ ਪਰੇਸ਼ਾਨ ਕਰੀ ਫਿਰਦਾ ਸੀ। ਜਦੋਂ ਸਤਿਗੁਰਾਂ ਨੇ ਰਸਨਾ ਤੋਂ ਵਾਹਿਗੁਰੂ ਆਖਿਆ, ਖਿੰਥੜੇ ਨੇ ਵਾਹਿਗੁਰੂ ਬੋਲਿਆ, ਕਹਿੰਦੇ ਕਿ ਵਾੜ ਖੁੱਲ ਗਏ। ਊਰਮ ਬੋਹਰ ਆਇਓ, ਧੂਰਮ ਹੈ ਸੰਗ ਜਾ ਕੇ। ਬੂਝੈ ਮਨ ਬਾਸ ਕਹਾਂ, ਪੌਣ ਰਹੈ ਥਾਂ ਕੋ। ਜਿਸ ਵੇਲੇ ਕਹਿੰਦੇ ਨੇ ਸਤਿਗੁਰਾਂ ਤੋਂ ਉਪਦੇਸ਼ ਲੈ ਲਿਆ ਨਾ, ਦੋ ਸਿੱਧ ਹੋਰ ਆਏ ਮਹਾਰਾਜ ਕੋਲ। ਇੱਕ ਦਾ ਨਾਂ ਸੀ ਕੂਰਮਨਾਥ, ਦੂਜੇ ਦਾ ਨਾਮ ਸੀ ਧੂਰਮਨਾਥ। ਉਹਨਾਂ ਆ ਕੇ ਪਹਿਲਾਂ ਹੀ ਗੁਰੂ ਸਾਹਿਬ ਨੂੰ ਸਵਾਲ ਕੀਤਾ, ਕਹਿੰਦੇ ਬਾਬਾ ਆਦੇਸ਼। ਮਹਾਰਾਜ ਕਹਿੰਦੇ ਆਦੇਸ਼। ਸਿੱਧਾਂ ਦੀ ਮੰਡਲੀ ਲੱਗੀ ਹੈ। ਕਹਿੰਦੇ ਬਾਬਾ ਇਹ ਦੱਸੋ ਵੀ ਮਨ ਰਹਿੰਦਾ ਕਿੱਥੇ ਹੈ? ਆਪਣੇ ਵੱਲੋਂ ਬਹੁਤ ਵੱਡਾ ਸਵਾਲ ਉਹਨਾਂ ਨੇ ਕੀਤਾ ਹੈ। ਸੱਚੀ ਇਹ ਤੇ ਕਿਸੇ ਨੂੰ ਵੀ ਨਹੀਂ ਪਤਾ। ਤੁਹਾਨੂੰ ਪਤਾ ਮਨ ਕਿੱਥੇ ਹੈ? ਡਾਕਟਰਾਂ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਬਾਈਪਾਸ ਸਰਜਰੀਆਂ ਕਰਦੀਆਂ ਹੁੰਦੀਆਂ ਨੇ ਰੋਜ਼। ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਆਪਰੇਟ ਹੋ ਰਹੇ ਆ। ਕਿਸੇ ਦਾ ਬ੍ਰੇਨ ਦਾ ਹੋ ਰਿਹਾ, ਹਾਰਟ ਦਾ ਹੋ ਰਿਹਾ, ਕਿਡਨੀ ਦਾ ਹੁੰਦਾ ਹੈ, ਲੀਵਰ ਦਾ ਹੁੰਦਾ ਹੈ, ਕੋਈ ਸਕਿਨ ਟ੍ਰਾਂਸਪਲਾਂਟ ਕਰਾ ਰਿਹਾ ਹੈ, ਕੋਈ ਕੁਛ ਕਰਾਉਂਦਾ ਏ। ਕਦੇ ਵੇਖਿਆ ਕਿਸੇ ਨੇ ਵੀ ਇੱਥੋਂ ਜੀ ਚੀਰਾ ਲਾਇਆ ਸੀ, ਮਨ ਨਿਕਲ ਗਿਆ, ਇੱਥੋਂ ਫਿੱਟ ਨਹੀਂ ਹੋਣਾ? ਲੱਭਿਆ ਕਿਸੇ ਨੂੰ ਮਨ ਅੱਜ ਤੱਕ? ਨਹੀਂ, ਨਾ ਲੱਭਿਆ ਵੈਦਾਂ ਨੂੰ, ਨਾ ਹਕੀਮਾਂ ਨੂੰ, ਨਾ ਧਾਰਮਿਕ ਲੋਕਾਂ ਨੂੰ। ਮਨ ਨਹੀਂ ਮਿਲਿਆ। ਮਨ ਲੱਭਣ ਦੇ ਖਾਤਰ ਬੜੇ ਤੁਰਦੇ ਰਹੇ। ਹੁਣ ਜਿਹਨੂੰ ਇਹ ਹੀ ਨਹੀਂ ਪਤਾ ਮਨ ਹੈ ਕਿੱਥੇ, ਟਿਕਾਊ ਕਿੱਥੋਂ, ਵਸ ਕਿੱਥੋਂ ਕਰ ਲੂਗਾ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੁੱਛਦੇ, ਕਹਿੰਦੇ ਬਾਬਾ ਇਹ ਦੱਸੋ ਮਨ ਕਿੱਥੇ ਵਸਦਾ ਏ? ਕੌਣ ਹੋ ਨਰੇਸ਼, ਕੌਣ ਸੱਚਵਾ ਬਤਾਏ ਮੋਹੇ। ਕੈਸੇ ਪਰੈ ਬੰਦ, ਕੈਸੇ ਕੰਦ ਨਹਿਹਾਨ ਕੋ। ਸਤਿਗੁਰੂ ਕਿਵੇਂ ਬੰਧਨ ਕੱਟੇ ਜਾ ਸਕਦੇ ਆ? ਜ਼ਿੰਦਗੀ ਦਾ ਰਾਜਾ ਕੌਣ ਹੈ? ਮਨ ਦਾ ਵਾਸਾ ਕਿੱਥੇ ਹੈ? ਕਈ ਸਵਾਲ ਗੁਰੂ ਬਾਬਾ ਜੀ ਦੇ ਸਾਹਮਣੇ ਕਰਦੇ ਉਹਨਾਂ ਨੇ। ਇਹ ਜਾਣਨ ਲਈ ਆਏ ਸੀ। ਦੇਖੋ, ਇੱਕ ਹੁੰਦਾ ਨੀਚਾ ਵਿਖਾਉਣ ਵਾਲਾ, ਵੀ ਸਵਾਲ ਕਰੂ, ਲੈ ਮੇਰੀ ਗੱਲ ਦਾ ਜਵਾਬ ਨਹੀਂ ਆਉਣਾ, ਇਹਨੂੰ ਵੇਖੀ ਕਿੱਦਾਂ ਵੇਖ। ਅਰੇ ਪੁੱਛਣ ਆਏ ਸੀ ਨਾ, ਵੇਖਿਆ ਵੀ ਗੁਰੂ ਸਾਹਿਬ ਨੇ ਕਿਹਾ ਮਨ ਇਕਾਗਰ ਕਰ ਲਓ। ਵੀ ਜਿਹੜੇ ਇਹ ਕਹਿੰਦੇ ਆ ਮਨ ਵਸ ਵਿੱਚ ਆਵੇ, ਹੁਣ ਗੁਰੂ ਸਾਹਿਬ ਬਾਣੀ 'ਚ ਕੀ ਕਹਿੰਦੇ ਆ? ਮਨ ਵਸ 'ਚ ਕਰੋ। ਕਿਵੇਂ ਆਏਗਾ? ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਵੇ। ਕਹਿੰਦੇ ਗੁਰੂ ਦੀ ਕਿਰਪਾ ਹੋਏਗੀ, ਮਨ ਵਸ ਵਿੱਚ ਤਾਂ ਆਏਗਾ। ਆ ਕੂਰਮ ਉੱਤੇ ਵੀ ਕਿਰਪਾ ਹੋਣੀ ਆ, ਧੂਰਮ ਤੇ ਵੀ ਹੋਣੀ ਹੈ। ਇਹ ਤੋਂ ਪਹਿਲਾਂ ਸਿੱਧਾ ਆਇਆ ਕਿੰਥੜਾ ਉਹਦੇ ਤੇ ਹੋ ਗਈ ਹੈ। ਕਹਿੰਦੇ ਮਹਾਰਾਜ ਕਿਰਪਾ ਕਰਕੇ ਮਨ ਦੱਸੋ ਜੀ ਕਿੱਥੇ ਰਹਿੰਦਾ ਇਹ? ਇਹਦਾ ਨਹੀਂ ਪਤਾ ਲੱਗਦਾ। ਪਤਾ ਕਿਸੇ ਸਤਿਗੁਰੂ ਪਤਾ ਕੀ ਕਹਿੰਦੇ ਆ? ਕਬਹੂ ਜੀੜਾਯੂ ਬਚਰਤ ਹੈ, ਕਬਹੂ ਜਾਏ ਪਿਆਲੇ। ਲੋਭੀ ਜੀੜਾ ਥਿਰ ਨਾ ਰਹਿਤ ਹੈ, ਮੈਂ ਚਾਰੇ ਕੁੰਡਾਂ ਭਾਲੇ। ਕਹਿੰਦੇ ਘੜੀ 'ਚ ਤਾਂ ਚੜ ਜਾਂਦਾ ਹੈ, ਘੜੀ 'ਚ ਥੱਲੇ ਆ ਜਾਂਦਾ ਹੈ। ਬੈਠਾ ਬੈਠਾ ਹੀ ਲੋਭੀ ਹੋ ਜਾਂਦਾ ਹੈ। ਬੈਠਾ ਬੈਠੇ ਮਨ ਦਾ ਪਤਾ ਹੈ। ਤੁਸੀਂ ਇੱਥੇ ਬੈਠੇ ਕਿੱਥੇ ਹੋ? ਮੋਹਾਲੀ, ਪੰਜਾਬ। ਗੱਲ ਚੱਲਦੀ ਆ ਕੋਈ, ਸੁਣਦੇ ਸੁਣਦੇ ਅਮਰੀਕਾ, ਕੈਨੇਡਾ 1 ਸੈਕਿੰਡ 'ਚ ਘੁੰਮ ਕੇ ਆ ਗਿਆ, ਇੱਥੇ ਫੇਰ ਆ ਗਿਆ। ਇਹਨੂੰ ਕੌਣ ਫੜੂਗਾ? ਕੌਣ ਲੱਭੂ ਕਿੱਥੇ ਵਸਦਾ ਹੈ? ਮਰਦ ਕਹਿੰਦੇ ਤਾਂ ਟਿਕਾਣਾ ਹੀ ਕੋਈ ਨਹੀਂ। ਕਦੇ ਕਿਤੇ ਆ, ਕਦੇ ਕਿਤੇ ਆ, ਕਦੇ ਕਿਸੇ ਥਾਂ, ਕਦੇ ਕਿਸੇ ਥਾਂ। ਤੇ ਕਿੱਥੇ ਜਾ ਜਾਂਦਾ ਹੈ? 60 ਸਾਲ ਪੁਰਾਣੇ ਖਿਆਲਾਂ 'ਚ ਚਲਿਆ ਜਾਂਦਾ। ਖਿਆਲ ਕਿ ਉਹ ਦੁਨੀਆ ਦੀ ਤਰ੍ਹਾਂ ਚਲਿਆ ਜਾਂਦਾ ਵੀ 60 ਸਾਲ ਪਹਿਲਾਂ ਆ ਬੰਦਾ ਮਿਲਿਆ, ਇਹੋ ਜਿਹਾ ਸੀ।
ਆਹ ਗੱਲ ਕਹੀ ਉਹਨੇ, ਕਿੰਨਾ ਪਿੱਛੇ ਚਲੇ ਗਿਆ। ਆਉਣ ਵਾਲੇ ਸਮੇਂ ਦੀਆਂ ਫੀਲਿੰਗਾਂ ਲੈਣ ਲੱਗ ਪੈਂਦੇ। ਗੁਰੂ ਨਾਨਕ ਸਾਹਿਬ ਨੂੰ ਪੁੱਛਦੇ, ਮਹਾਰਾਜ ਵਸ ਆਉਣਾ ਤੇ ਬੜੀ ਦੂਰ ਦੀ ਗੱਲ ਹੈ, ਇਹ ਕਿਹੋ ਜਿਹਾ ਹੈ, ਕਿੱਥੇ ਵਸਦਾ ਏ? ਉਹ ਹੈ ਗੁਰੂ ਚੇਲੇ ਕੌਣ, ਸੁਖਦਾਈ ਭਉਣ ਕੌਣ, ਮਾਇਆ ਮੋਹ ਟੁੱਟੈ ਕੈਸੇ, ਕਰੀਏ ਬਖਾਨ ਕੋ। ਸਤਿਗੁਰੂ ਮਾਇਆ ਦਾ ਮੋਹ ਕਿਵੇਂ ਟੁੱਟ ਸਕਦਾ ਏ? ਸੁੱਖ ਕਿੱਥੇ ਹੈ, ਆਨੰਦ ਕਿੱਥੇ ਹੈ, ਮੋਹ ਕਿਵੇਂ ਦੂਰ ਹੋਏਗਾ, ਗਿਆਨ ਦੀ ਪ੍ਰਾਪਤੀ ਕਿਵੇਂ ਹੋਏਗੀ? ਉਹਨੇ ਕਈ ਸਵਾਲ ਕੀਤੇ ਜੀ ਇੱਕੋ ਸਾਂਝ। ਇੰਨਿਆਂ ਦੇ ਜਵਾਬ ਦੇਣੇ ਕਿਸੇ ਆਮ ਦਾ ਵੱਸ ਦਾ ਕੰਮ ਨਹੀਂ ਹੈ। ਗੁਰੂ ਨਾਨਕ ਸਾਹਿਬ ਨੂੰ ਪੁੱਛ ਰਹੇ ਆ, ਕਹਿੰਦੇ ਬਾਬਾ ਇਹ ਗੱਲਾਂ ਸਾਰੀਆਂ ਅੰਦਰ ਦੀਆਂ ਨੇ, ਬਾਹਰ ਦੀਆਂ ਨਹੀਂ। ਬਾਹਰ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਸੁਣ ਲਓ ਪਰੇਸ਼ਾਨ ਕਰਨਗੀ। ਦੁਨੀਆ ਦਾ ਗਿਆਨ ਹੈ, ਜੱਗ ਦੀ ਨੌਲੇਜ ਹੈ, ਜਿੰਨੀ ਹੋਏਗੀ ਤੁਸੀਂ ਉਹਨੇ ਵਹਿਮੀ ਬਣ ਜਾਓਗੇ। ਕਿਸੇ ਚੀਜ਼ ਦਾ ਤੁਸੀਂ ਰਸ ਮਾਣਦੇ ਹੋ ਨਾ, ਮੰਨ ਲਓ ਸੌਖਾ ਸਮਝਣ ਲਈ ਕਿਸੇ ਨੇ ਗੁੜ ਖਾਧਾ, ਇੰਨਾ ਕਹਿਤਾ ਵੀ ਕਰਦਾ ਹੈ, ਭਾਵੇਂ ਬਾਜ਼ਾਰ ਦਾ ਹੀ ਹੋਵੇ, ਸਵਾਦ ਕਰਦਾ ਹੈ ਵੀ ਵਾਹ ਬੜਾ ਟੇਸਟੀ ਹੈ। ਕਿਸੇ ਨੇ ਉਹੀ ਗੁੜ ਬਣਦੇ ਦਾ ਗਿਆਨ ਦੇਤਾ ਵੀ ਆਹ ਵੇਖ ਬੰਦਾ ਚੀਨੀ ਘੋਲ ਕੇ ਪਾ ਰਿਹਾ, ਵੀਡੀਓ ਆ ਗਈ ਸਾਡੇ ਕੋਲ WhatsApp ਤੇ, ਅਸੀਂ ਵੇਖ ਲਈ। ਹੁਣ ਕੋਈ ਸਹੁੰ ਖਾ ਕੇ ਵੀ ਕਹੇ ਵੀ ਮੈਂ ਘਰ ਦਾ ਕੋਲ ਕਢਾ ਕੇ ਲੈ ਕੇ ਆਇਆ, ਮਨ ਮੰਨਦਾ ਹੀ ਨਹੀਂ, ਕਹਿੰਦਾ ਨਹੀਂ ਨਹੀਂ ਚੀਨੀ ਦਾ ਹੀ ਸਵਾਦ ਆ, ਸਤਿਨਾਮ ਇਹ ਉਹੋ ਜਿਹਾ ਨਹੀਂ ਹੈ। ਕੀ ਹੋ ਗਿਆ? ਬਹੁਤਾ ਗਿਆਨ ਲਿਆ, ਦੁਖੀ ਹੋ ਗਏ। ਅੱਜ ਦੁਨੀਆ ਪਰੇਸ਼ਾਨ ਕਿਉਂ ਹੈ? YouTube ਲੋਕਾਂ ਲਈ ਬਿਮਾਰੀ ਦਾ ਘਰ ਹੈ। ਜਿਹਦਾ ਸਿਰ ਦੁਖਦਾ ਹੈ ਉਹ ਵੀ ਸਰਚ ਮਾਰਦਾ ਹੈ ਕਿ ਕਿੱਦਾਂ ਠੀਕ ਕੀਤਾ ਜਾ ਸਕਦਾ ਹੈ। ਜਿਹਨੂੰ ਬੁਖਾਰ ਚੜ ਗਿਆ ਉਹ ਵੀ ਵੇਖਦਾ ਵੀ ਗਲੋ ਦੀ ਵੇਲ ਕਿੱਦਾਂ ਮਿਲੀ ਹੈ। ਤੇ ਫਿਰ ਉਹਨੇ ਕੰਮ ਨਾ ਕੀਤਾ ਜਾਂ ਕੋਈ ਸਾਈਡ ਇਫੈਕਟ ਹੋ ਗਿਆ, ਫਿਰ ਪਰੇਸ਼ਾਨ ਦੁਖੀ ਨੇ ਨਾ ਲੋਕ। ਕਿਉਂ? ਐਕਸਟਰਾ ਨੌਲੇਜ ਜ਼ਿੰਦਗੀ ਵਿੱਚ ਘਾਤਕ ਹੈ। ਲੋੜ ਤੋਂ ਵੱਧ ਕੇ ਗਿਆਨ ਹੋਵੇ ਦੁਖਦਾਈ ਬਣਾਉਂਦਾ ਹੈ, ਪਰ ਧਰਮ ਦਾ ਗਿਆਨ ਤੁਹਾਨੂੰ ਦੁਖੀ ਨਹੀਂ ਕਰਦਾ। ਧਰਮ ਦਾ ਗਿਆਨ, ਗੁਰੂ ਦਾ ਗਿਆਨ, ਸਤਿਗੁਰ ਦਾ ਗਿਆਨ, ਜਿੰਨੀ ਮਰਜ਼ੀ ਕਥਾ ਸੁਣ ਲਓ, ਜਿੰਨੀ ਮਰਜ਼ੀ ਬਾਣੀ ਪੜ੍ਹ ਲਓ, ਅਰਥ ਵਿਚਾਰ ਲਓ, ਕੀ ਕਰੇਗੀ? ਸਮਝਾਊ ਮਨ। ਮਨ ਕਹਿੰਦਾ ਨਹੀਂ ਗੁਰੂ ਸਾਹਿਬ ਇੱਦਾਂ ਕਹਿੰਦੇ, ਮਨ ਤੂੰ ਵੀ ਕੋਸ਼ਿਸ਼ ਕਰਿਆ। ਪਰ ਦੁਨਿਆਵੀ ਗਿਆਨ ਇੰਨਾ ਕਿ ਦੁਖੀ ਕਰ ਦਿੰਦਾ ਹੈ। ਹੁਣ ਯੋਗੀ ਵਿਚਾਰੇ ਦੁਖੀ ਕਿਉਂ ਨੇ? ਯੋਗ ਦਾ ਗਿਆਨ ਇੰਨਾ ਜ਼ਿਆਦਾ ਹੋ ਗਿਆ, ਸਭ ਕੁਝ ਹੋ ਗਿਆ, ਕਰਾਮਾਤਾਂ ਆ ਗਈਆਂ, ਮਾਇਆ ਤੇ ਕਾਬੂ ਨਹੀਂ ਪੈ ਰਿਹਾ, ਦੁਖੀ ਹੋ ਗਏ। ਕਹਿੰਦੇ ਬਾਬਾ ਕਿਰਪਾ ਕਰਕੇ ਦੱਸੋ ਮਨ ਸੁਖੀ ਕਿਵੇਂ ਹੈ? ਜੇ ਜੋਗੀ ਕਹਿੰਦੇ ਆ ਪਹਾੜਾਂ ਤੇ ਬਹਿ ਕੇ ਮਨ ਸੁਖੀ ਨਹੀਂ, ਫਿਰ ਸਾਡਾ ਕੀ ਬਣੂਗਾ? ਆਪਾਂ ਤੇ ਵੈਸੇ ਹੀ ਪਰੇਸ਼ਾਨ ਆ। ਜਿੰਨਾ ਮਰਜੀ ਕੋਈ ਝੂਠ ਬੋਲੇ, ਮੈਂ ਕਹਿੰਦਾ ਜੀ ਹਰ ਬੰਦਾ 10 ਮਿੰਟ ਉਹਦੇ ਕੋਲ ਬਹਿ ਕੇ ਉਹਦੇ ਬਾਰੇ ਪੁੱਛ ਲਓ, ਰੋ ਪਊਗਾ। ਕਹਿੰਦਾ ਯਾਰ ਮੇਰੇ ਬਾਰੇ ਗੱਲ ਨਾ ਕਰ, ਤੂੰ ਆਪਣੇ ਬਾਰੇ ਦੱਸ। ਹਰ ਬੰਦਾ ਦੁਖੀ, ਅਲੱਗ ਤਰ੍ਹਾਂ ਦੇ ਦੁੱਖ ਹੋ ਸਕਦੇ। ਯੋਗੀ ਦੁਖੀ ਹੋ ਕੇ ਕਹਿੰਦਾ ਬਾਬਾ ਦੱਸੋ ਮਨ ਕਿਵੇਂ ਵਸ ਆਵੇ, ਕਿਵੇਂ ਸੁਖੀ ਹੋਵੇ? ਲੇਹੋ ਸੀਖ ਗੋਰਖ ਕੀ, ਮਾਨੀਏ ਬਚਨ ਮਮ, ਪਾਈਏ ਪਰਮ ਪਦ, ਜਾਂ ਕਿੰਨਾ ਸਮਾਨ ਕੋ। ਅਗਲਾ ਸਵਾਲ ਉਹਨਾਂ ਕਰਤਾ, ਕਹਿੰਦੇ ਜੇ ਬਾਬਾ ਤੈਨੂੰ ਇਸ ਗਿਆਨ ਦਾ ਜਵਾਬ ਨਹੀਂ ਨਾ ਆਉਂਦਾ, ਫਿਰ ਗੁਰੂ ਗੋਰਖ ਨੂੰ ਗੁਰੂ ਕਹਿ ਲਾ, ਪਰਮ ਪਦ ਪਾ ਲਾ। ਸਿੱਧੀ ਗੱਲ ਹੈ, ਜਾਂ ਤੂੰ ਸਾਡਾ ਬਣ ਜਾ, ਜਾਂ ਫਿਰ ਸਾਨੂੰ ਆਪਣਾ ਬਣਾ ਲਾ, ਜਾਂ ਝੁਕ ਜੀ, ਜਾਂ ਝੁਕਾ ਲਈ ਸਾਨੂੰ। ਕਹਿੰਦੇ ਜੇ ਤੁਹਾਡੇ ਕੋਲ ਇਹਨਾਂ ਗੱਲਾਂ ਦਾ ਜਵਾਬ ਨਹੀਂ ਹੈ, ਵੱਡੀਆਂ ਗੱਲਾਂ ਨੇ, ਗੁਰੂ ਗੋਰਖ ਦੀ ਸ਼ਰਨ ਜਾਓ, ਗੋਰਖ ਗੋਰਖ ਜਪੋ, ਸਿੱਧ ਬਣ ਜਾਓ, ਕੰਨਾਂ ਵਿੱਚ ਮੁੰਦਰਾ ਪਾ ਲਓ। ਕਬਿਤ ਜਿਦੇ ਮਨ ਬਾਸ ਜਾਨ, ਨਾਭ ਵਿਖੇ ਪੌਣ ਥਾਨ, ਮਨ ਹੈ ਨਰੇਸ਼, ਪ੍ਰਾਣ ਸਚਬ ਬਖਾਨੀਏ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਾਭੀ ਵਿੱਚ ਪਾਉਣ ਵਸਦੀ, ਤੇ ਨਾਭੀ ਦੇ ਨੇੜੇ ਹੀ ਮਨੁੱਖ ਦਾ ਮਨ ਵਸਿਆ ਹੋਇਆ। ਮਨ ਇੱਕ ਤਰ੍ਹਾਂ ਦਾ ਸੌਫਟਵੇਅਰ ਹੈ। ਸੌਫਟਵੇਅਰ ਕਦੋਂ ਕਿੱਥੇ ਕੰਮ ਕਰਦਾ ਕਿਸੇ ਨੂੰ ਨਹੀਂ ਪਤਾ, ਕਦੇ ਨਹੀਂ ਪਤਾ। ਕੱਲਾ ਵੀ ਨਹੀਂ ਕੰਮ ਕਰਦਾ। ਹੁਣ ਤੁਸੀਂ ਮੋਬਾਈਲ ਲੈ ਲਓ, ਸਕਰੀਨ ਹੈ, ਟੱਚ ਹੈ, ਜੋ ਮਰਜ਼ੀ ਕਰੀ ਚੱਲੋ, ਅੱਗੇ ਕਰ ਲਓ, ਪਿੱਛੇ ਕਰ ਲਓ, ਜੋ ਮਰਜ਼ੀ ਖੋਲੋ, ਦਿਨ ਕਰ ਦੋ, ਰਾਤ ਕਰ ਦੋ, ਸਭ ਕਰਦੇ। ਫਿਰ ਕੱਲੀ ਸਕਰੀਨ ਕੁਝ ਕਰ ਸਕਦੀ ਹੈ? ਕੱਲੀ ਬੈਟਰੀ ਕਿਸੇ ਕੰਮ ਹੈ? ਕੱਲਾ ਪ੍ਰੋਸੈਸਰ ਕਿਸੇ ਕੰਮ ਆਏਗਾ? ਨਹੀਂ। ਹਾਰਡਕੋਰ ਹੈ, ਕਿਹੜਾ ਕੋਰ ਹੈ, ਕੁਝ ਕੰਮ ਨਹੀਂ ਹੋਗਾ। ਜਦ ਸਾਰੇ ਇਕੱਠੇ ਹੋਣਗੇ, ਉਹਨੇ ਫੇਰ ਜਦੋਂ ਉਹਨੂੰ ਕਮਾਂਡ ਦਿੱਤੀ ਜਾਊ ਤਾਂ ਕੰਮ ਕਰੂਗਾ। ਇਸੇ ਤਰ੍ਹਾਂ ਸਾਡਾ ਸਰੀਰ ਹੈ। ਸਰੀਰ ਦੇ ਕਿਹੜੇ ਹਿੱਸੇ 'ਚ ਮਨ ਹੈ ਨਹੀਂ ਕਿਸੇ ਨੂੰ ਪਤਾ ਲੱਗਦਾ। ਕਿਸੇ ਦਾ ਕਿਤੇ ਆ ਗਿਆ, ਕਿਸੇ ਦਾ ਕਿਤੇ ਆ ਗਿਆ। ਮਹਾਰਾਜ ਕਹਿੰਦੇ ਮਨ ਇੱਕ ਰਾਜਾ ਏ, ਤੇ ਰਾਜੇ ਦੀ ਮਰਜ਼ੀ ਉਹ ਜਿਹੜੇ ਮਰਜ਼ੀ ਮਹਿਲ 'ਚ ਰਵੇ, ਜਿਹੜੇ ਮਰਜ਼ੀ ਸ਼ਹਿਰ 'ਚ ਰਵੇ। ਸਤਿਗੁਰੂ ਕਹਿੰਦੇ ਜਿਹਦਾ ਇਹ ਸੁਖੀ ਨਹੀਂ, ਉਹ ਨਾ ਘਰੋਂ ਸੁਖੀ ਨਾ ਬਾਹਰੋਂ ਸੁਖੀ। ਆਖੋ ਸਤਿਨਾਮ। ਨਹੀਂ ਸੁਖੀ। ਸੁਖੀ ਕੌਣ ਹੈ?
ਘਰ ਸੁਖ ਵਸਿਆ। ਜਿਹਦੇ ਘਰ ਹਿਰਦੇ ਵਿੱਚ ਸੁਖ ਵਸ ਗਿਆ, ਸੁਖ ਕਾਹਦਾ? ਪਰਮੇਸ਼ਰ ਦੇ ਨਾਮ ਦਾ। ਮਰਦ ਕਹਿੰਦੇ ਬਾਹਰ ਸੁਖ ਪਾਇਆ। ਜੱਗ ਦੇ ਦੁੱਖ ਤੇ ਜੱਗ ਦੀਆਂ ਮੁਸੀਬਤਾਂ ਨੂੰ ਦੁਖੀ ਨਹੀਂ ਕਰ ਸਕਦੀਆਂ। ਸਾਹਿਬ ਕਹਿੰਦੇ ਮਨ ਹੀ ਰਾਜਾ ਏ। ਬਹੁਤ ਵੱਡਾ ਰਾਜਾ ਹੈ। ਇਹਦੀਆਂ ਫੌਜਾਂ ਵੀ, ਇਹਦੀਆਂ ਫੋਰਸਾਂ ਵੀ ਨੇ। ਹੁਣ ਮਨ ਕੀ ਕਰਦਾ ਹੈ? ਮਨ, ਚਿੱਤ, ਬੁੱਧ। ਚੇਤਾ ਸਾਡਾ ਚੀਜ਼ਾਂ ਨੂੰ ਸਟੋਰ ਰੱਖਦਾ ਹੈ। ਬੁੱਧ ਸਾਡੀ ਐਨਾਲਾਈਜ਼ ਕਰਦੀ ਰਹਿੰਦੀ ਹੈ ਵੀ ਆਹ ਕੰਮ ਸਹੀ ਹੈ ਜਾਂ ਗਲਤ ਹੈ। ਕਮਾਂਡ ਕੌਣ ਦੇ ਰਿਹਾ? ਮਨ ਦਿੰਦਾ ਹੈ। ਸਤਿਗੁਰੂ ਕਹਿੰਦੇ ਰਾਜਾ ਹੈ। ਰਾਜਿਆਂ ਦਾ ਕੰਮ ਸਿਰਫ ਹੁਕਮ ਕਰਨਾ ਹੁੰਦਾ ਹੈ, ਇੰਪਲੀਮੈਂਟ ਕਰਨਾ ਉਹਨਾਂ ਦੀਆਂ ਫੋਰਸਾਂ ਦਾ ਕੰਮ ਹੈ, ਡਿਪਾਰਟਮੈਂਟ ਦਾ ਕੰਮ ਹੈ। ਇਸੇ ਤਰ੍ਹਾਂ ਕਹਿੰਦੇ ਮਨ ਰਾਜਾ ਹੋ ਕੇ ਸਰੀਰ ਉੱਤੇ, ਅੰਤਰੀਆਂ ਉੱਤੇ, ਹਰ ਇੱਕ ਅੰਗੇ ਉੱਤੇ ਆਪਣਾ ਫੋਰਸ ਰੱਖਦਾ ਹੈ। ਤੇ ਜੇ ਰਾਜਾ ਦੁਖੀ ਹੋਵੇ ਜੀ ਪ੍ਰਜਾ ਸੁਖੀ ਹੋ ਸਕਦੀ ਹੈ? ਦੱਸੋ। ਜੇ ਰਾਜਾ ਹੀ ਦੁਖੀ ਹੋਇਆ ਫਿਰਦਾ ਤੇ ਪ੍ਰਜਾ ਤੇ ਆਪ ਰਹੂਗੀ। ਜਿੱਥੋਂ ਦਾ ਰਾਜਾ ਸੰਤੁਸ਼ਟ ਹੈ, ਰਾਜਾ ਲਾਲਚੀ ਨਹੀਂ ਹੈ, ਵੀ ਉਹਨਾਂ ਮੁਲਕਾਂ ਦੀਆਂ ਪ੍ਰਜਾਵਾਂ ਅੱਜ ਵੀ ਸੁਖੀ ਨੇ, ਸੈਟੀਸਫਾਈਡ ਨੇ। ਨਾ ਕੋਈ ਉੱਥੇ ਕ੍ਰਾਈਮ ਹੈ, ਨਾ ਕੋਈ ਠੱਗੀ ਚੋਰੀ ਹੈ। ਜਿੱਥੇ ਰਾਜੇ ਚੋਰ ਹੋਣ ਤੇ ਪ੍ਰਜਾ ਤੇ ਕੀ ਕਰੋਗੇ? ਸ਼ੱਕ ਕਰੋਗੇ ਕਿ ਯਕੀਨ ਕਰੋਗੇ? ਯਕੀਨ ਹੀ ਕਰਨਾ ਪੈਣਾ ਕਿ ਜਿੱਥੇ ਰਾਜਾ ਚੋਰ ਉੱਥੇ ਪ੍ਰਜਾ ਵੀ ਚੋਰ। ਆਖੋ ਸਤਿਨਾਮ। ਸ਼ੱਕ ਦੀ ਤੇ ਗੁੰਜਾਇਸ਼ ਹੀ ਨਹੀਂ। ਗੁਰੂ ਸਾਹਿਬ ਕਹਿੰਦੇ ਜਿਹਦਾ ਮਨ ਬੇਈਮਾਨ, ਉਹਦਾ ਤਨ ਤੇ ਧਨ ਵੀ ਬੇਈਮਾਨ। ਆਖੋ ਸਤਿਨਾਮ। ਸਭ ਕੁਝ ਹੀ ਬੇਈਮਾਨ ਹੈ। ਤੇ ਜਿਹਦਾ ਮਨ ਟੇਕਿਆ ਹੈ, ਮਨ ਆਨੰਦਿਤ ਹੈ, ਮਨ ਸੁਖੀ ਹੈ, ਮਨ ਜੁੜਦਾ ਹੈ। ਮਨ ਪਤਾ ਕਿੰਨਾ ਬੇਈਮਾਨ ਹੈ? ਲੈ ਪਾਠ ਕਰਨ ਬਹਿ ਜਾਓ, ਫਸਿਆ ਹੋਇਆ ਕਰਦਾ ਹੈ। ਕਹਿੰਦਾ ਰਹਿ ਰਸ ਦਾ ਟਾਈਮ ਹੋ ਗਿਆ, ਤੂੰ ਮੈਨੂੰ ਫੋਨ ਕਰ ਲਿਆ, ਤੂੰ ਕਿਉਂ ਆ ਗਿਆ, ਕਿਉਂ ਬੁਲਾ ਲਿਆ? ਮੈਂ ਪਾਠ ਕਰਨਾ ਸੀ ਵੀ ਇਹ ਤੋਂ ਬਾਅਦ ਕਿਹੜਾ ਤੂੰ ਜਹਾਜ਼ ਚੜ੍ਹਨਾ, ਫਿਰ ਕਰ ਲਈ ਮੈਂ ਮੇਰਾ। ਨਹੀਂ, ਮੈਂ ਕਰਨਾ ਸੀ। ਕਿਉਂਕਿ ਮਨ ਕਹਿੰਦਾ ਛੇਤੀ ਛੇਤੀ ਕੰਮ ਨਿਬੇੜ, ਕੰਮ ਹੋਰ ਵੀ ਜੁੜੇ ਆ। ਕੰਮ ਨਿਬੇੜਨ ਦੀ ਗੱਲ ਕਰਦਾ ਹੈ, ਆਨੰਦ ਥੋੜਾ ਲੈਂਦਾ ਹੈ। ਉਹ ਵਿਰਲੇ ਮਨ ਨੇ ਜਿਹੜੇ ਆਨੰਦ 'ਚ ਬਹਿ ਕੇ ਕਹਿੰਦੇ ਹੁਣ ਮੈਨੂੰ ਜੱਗ ਦੀ ਪਰਵਾਹ ਨਹੀਂ, ਮੈਂ ਗੁਰੂ ਨਾਲ ਜੁੜਿਆ। ਤੇ ਜਿਹਦਾ ਮਨ ਕੰਮ ਨਿਬੇੜਨ ਦੀ ਗੱਲ ਕਰਦਾ ਜੀ, ਉਹਨੂੰ ਰੱਬ ਮਿਲ ਸਕਦਾ ਕਦੇ? ਕਦੇ ਨਹੀਂ। ਸੌਖਾ ਜਾਂ ਫੰਡਾ ਹੈ। ਮਨ ਕਹਿੰਦਾ ਮੈਂ ਚਲਾਕ, ਇਹ ਪਾਠ ਕਰਦਾ, ਸੇਵਾ ਕਰਦਾ, ਠੱਗੀ ਕਰ ਜਾਂਦਾ ਹੈ। ਕਹਿੰਦਾ ਛੱਡ, ਅੱਜ ਵੱਡਾ ਆਨੰਦ ਸਾਹਿਬ ਕਾਹਨੂੰ ਪੜ੍ਹਨਾ ਹੈ? 5 ਪੌੜੀਆਂ ਦੀ ਸਾਰ ਲੋ ਸਤਿਨਾਮ ਕਰਦਾ ਹੈ। ਧਰਮ 'ਚ ਵੀ ਬੇਈਮਾਨੀ ਆ ਗਈ। ਅੱਜ 5 ਬਾਣੀਆਂ ਕਾਹਨੂੰ ਪੜ੍ਹਨੀਆਂ? ਫਿਰ ਮਨ ਕਹਿੰਦਾ ਕੋਈ ਗੱਲ ਨਹੀਂ, ਲੈ ਜਪਜੀ ਸਾਹਿਬ ਨਾਲ ਵੀ ਤੇ ਸਰ ਸਕਦਾ, ਅੱਜ ਇਹ ਪੜ੍ਹ ਲੈਂਦੇ ਆ। ਸੁਖਮਨੀ ਸਾਹਿਬ ਕਰਦਾ ਕਰਦਾ ਮਨ 'ਚ ਆ ਗਿਆ ਖਿਆਲ, ਬੈਠਾ ਪਾਠ ਕਰਨ ਸੀ। ਮਨ ਕਹਿੰਦਾ 24 ਕਿੱਥੇ ਪੜ੍ਹਨੀਆਂ, 12 ਪੜ੍ਹ ਲੈਂਦੇ, 12 ਕਿੱਥੇ, 6 ਅੱਜ ਪੜ੍ਹਦੇ ਆ, 6 ਕੱਲ੍ਹ ਨੂੰ ਪੜ੍ਹ ਲਾਂਗੇ। ਇਹ ਕੀ ਹੈ? ਧਰਮ 'ਚ ਮਨ ਦੀ ਬੇਈਮਾਨੀ। ਮਨ ਦੁਖੀ ਹੈ। ਉਹ ਧਾਰਮਿਕ ਬਿਰਤੀ ਵਿੱਚ ਵੀ ਜੁੜ ਨਹੀਂ ਰਿਹਾ, ਕਿਉਂਕਿ ਉਹਦੇ ਪਾਪ ਇੰਨੇ ਨੇ, ਉਹਦੇ ਖਿਆਲ ਹੋਏ ਨੇ। ਵਿਖੇ ਕੇ ਬਿਕਾਰ ਰਚ ਬੰਧਨ ਪਰਤ ਜੀਓ, 10ਵੇਂ ਦਰ ਭੌਨ ਰਹੈ ਕੰਧ ਨਹਿ ਹਾਨੀਏ। ਸਾਹਿਬ ਕਹਿੰਦੇ ਭਾਈ 10ਵੇਂ ਦਵਾਰ ਵਿੱਚ ਮਨੁੱਖ ਦੀ ਪਾਉਣ ਜ਼ਿੰਦਗੀ ਰੁਕੀ ਹੋਈ ਹੈ। 10ਵੇਂ ਦਵਾਰ 'ਚ ਵਿਕਾਰਾਂ ਦੀ ਜੜ ਕੌਣ ਹੈ? ਮਨ ਹੈ। ਮਨ ਆਪ ਥੋੜਾ ਵਿਕਾਰ ਭੋਗਦਾ, ਕਮਾਂਡ ਦੇ ਦਿੰਦਾ ਵੀ ਮੈਂ ਨਾਲ, ਜੋ ਤੂੰ ਕਰੇਗਾ ਠੀਕ ਹੈ। ਸਾਰੇ ਇੰਦਰੀਆਂ ਨੂੰ ਤਿਆਰ ਕਰ ਦਿੰਦਾ। ਹੁਣ ਜਿਹਦਾ ਮਨ ਲੋਭੀ ਹੈ, ਉਹਦੇ ਹੱਥ ਵੀ ਅੱਡਣੇ ਸ਼ੁਰੂ ਕਰ ਲੈਂਦਾ ਹੈ। ਉਹਨੂੰ ਮੰਗਦੇ ਨੂੰ ਸ਼ਰਮ ਹੀ ਨਹੀਂ ਆਉਂਦੀ, ਨਾ ਬੋਲਦੇ ਨੂੰ ਆਵੇ, ਨਾ ਸੁਣਦੇ ਨੂੰ ਆਵੇ। ਜਿਹਦਾ ਮਨ ਕਾਬੀ ਹੋ ਗਿਆ, ਸਾਰੇ ਬਦਨ ਨੂੰ ਹਿਲਾ ਕੇ ਰੱਖ ਦਿੰਦਾ। ਜਿਹਦਾ ਮਨ ਥੋੜਾ ਜਿਹਾ ਸੰਕੇਤ ਦੇ ਦੇ ਵੀ ਇਹ ਬੰਦਾ ਠੀਕ ਨਹੀਂ, ਪਾੜ ਦੇ ਸਿਰ। ਸਰੀਰ ਦਾ ਕੀ ਵੈਰ ਹੈ? ਇਹ ਮਗਰ ਲੱਗਿਆ ਫਿਰਦਾ ਡਾਲਾ ਚੱਲੀ, ਮਾੜਾ ਜਿਹਾ ਚਿਣਕ ਦਿੰਦਾ, ਇਹ ਹਿਲਾ ਕੇ ਰੱਖ ਦਿੰਦਾ। ਕਿਉਂ? ਕਿਉਂਕਿ ਮਨ ਦੀਆਂ ਫੋਰਸਾਂ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਦੇ ਸੈਨਾਪਤੀ ਨੇ। ਤੇ ਜੇ ਰਾਜੇ ਦੀ ਕਮਾਂਡ ਆ ਗਈ ਵੀ ਕਾਮ ਵਾਲੇ ਪਾਸੇ ਉਧਰ ਨੂੰ ਹੋ ਜਾਂਦੇ, ਕ੍ਰੋਧ ਵਾਲੇ ਪਾਸੇ ਉਧਰ ਹੋ ਜਾਣਗੇ, ਮੋਹ ਵਾਲੇ ਪਾਸੇ ਆ ਗਿਆ, ਬਸ ਫਿਰ ਧੀਆਂ ਪੁੱਤਾਂ ਪਿੱਛੇ ਲੋਕਾਂ ਤੋਂ ਜੁੱਤੀਆਂ ਖਾਂਦਾ ਫਿਰੀ ਜਾਂਦਾ, ਛਿੱਤਰ ਖਾਂਦਾ ਫਿਰੀ ਜਾਂਦਾ, ਗਾਲਾਂ ਖਾਂਦਾ ਫਿਰੀ ਜਾਂਦਾ। ਕਾਹਦੇ ਪਿੱਛੇ? ਕਿਉਂਕਿ ਮਨ ਉਸ ਪਾਸੇ ਲੱਗ ਗਿਆ। ਤੇ ਜਿਹਦਾ ਮਨ ਭਗਤੀ ਵਾਲੇ ਪਾਸੇ ਲੱਗ ਗਿਆ, ਲੋਕੀ ਕਹਿੰਦੇ ਤੂੰ ਗੱਡੀ ਲੈ ਲਾ, ਘਰ ਲੈ ਲਾ, ਕਹਿੰਦਾ ਨਹੀਂ, ਜੋ ਸੁਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਏ। ਮੈਨੂੰ ਆਪਣਾ ਬੈੱਡ, ਆਪਣਾ ਕਮਰਾ ਚੰਗਾ ਬਹਿ ਕੇ ਬੰਦਗੀ ਤੇ ਕਰਦਾ, ਰੱਬ ਨਾਲ ਸਕੂਨ ਤੇ ਹੈ, ਪਿਆਰ ਤੇ ਹੈ। ਗੁਰੂ ਸਾਹਿਬ ਕਹਿੰਦੇ ਭਾਈ ਮਨ ਰਾਜਾ ਬੇਈਮਾਨ ਹੋਵੇ, ਇਹਦਾ ਪਤਾ ਨਹੀਂ ਲੱਗਦਾ। ਗੁਰੂ ਹੈ ਸ਼ਬਦ ਧੁਨ, ਚੇਲਾ ਹੈ ਸੁਰਤ ਤੇਹ, ਧਾਮ ਸੁਖਦਾਈ ਤੁਰੀ ਪਦਵੀ ਪਰਮਾਨੀਏ। ਸ਼ਬਦ ਗੁਰੂ ਹੈ ਤੇ ਸੁਰਤ ਧੁਨ ਚੇਲਾ ਹੈ। ਸਾਹਿਬ ਕਹਿੰਦੇ ਜਿਨ੍ਹਾਂ ਨੇ ਸੁਰਤ ਦੁਆਰਾ ਸ਼ਬਦ ਨੂੰ ਜਪਿਆ,
ਉਹਨਾਂ ਨੂੰ ਗੁਰੂ ਦੀ ਪ੍ਰਾਪਤੀ ਹੋ ਗਈ, ਅੰਦਰ ਦਾ ਸੁੱਖ ਮਿਲ ਗਿਆ, ਦੁਖੀ ਸਿੱਧਾ ਕਦੇ ਹੋ ਨਹੀਂ ਸਕਦੇ। ਆਖੋ ਸਤਿਨਾਮ। ਸੌ ਦੀ ਇੱਕ ਸੁਣਾਤੀ, ਸ਼ਬਦ ਤੇ ਸੁਰਤ ਦਾ ਸੁਮੇਲ ਹੈ। ਕੱਲਾ ਸ਼ਬਦ ਕੁਝ ਨਹੀਂ ਕਰ ਸਕਦਾ ਜੇ ਸ਼ਬਦ ਦੇ ਨਾਲ ਸੁਰਤ ਹੀ ਨਾ ਮਿਲੀ। ਲੋਕੀ ਕੰਧਾਂ ਤੇ ਲਿਖ ਲਿਖ ਬਾਣੀ ਲਾਈ ਫਿਰਦੇ ਆ, ਪ੍ਰਿੰਟ ਕਰਾਈ ਫਿਰਦੇ, ਉਹਦੇ ਨਾਲ ਕੀ ਹੋਣਾ ਹੈ? ਗਲ ਚ ਪਾਉਣ ਨਾਲ ਕੀ ਹੋਣਾ ਹੈ? ਜਦ ਤੱਕ ਤੁਹਾਡੀ ਸੁਰਤ ਨਹੀਂ ਬਣਦੀ ਉਦੋਂ ਤੱਕ ਅਸਰ ਹੀ ਨਹੀਂ ਹੋਣਾ। ਸਾਡੀ ਸੁਰਤ ਨੇ ਮੰਨ ਲਿਆ ਵੀ ਅੱਜ ਤੋਂ ਬਾਅਦ ਮੈਂ ਇਸ ਬੰਦੇ ਨੂੰ ਮਾੜਾ ਨਹੀਂ ਕਹਿਣਾ, ਕੋਸ਼ਿਸ਼ ਕਰਦਾ, ਟਰਾਈ ਕਰਦਾ। ਜਿੱਦਣ ਸੁਰਤ ਮੰਨ ਲੂਗੀ ਅੱਜ ਤੋਂ ਬਾਅਦ ਮੈਂ ਰੱਬ ਰੱਬ ਕਰਨਾ, ਮੈਂ ਬੁਰਾ ਸੋਚਣਾ ਹੀ ਨਹੀਂ, ਤੇ ਔਖਾ ਕੀ ਹੈ? ਗੱਲ ਤੇ ਇਹ ਹੈ ਨਾ ਵੀ ਮਨ ਕਹਿੰਦਾ ਵੀ ਮੈਂ ਸੁਧਰਨਾ ਹੀ ਨਹੀਂ, ਮੈਂ ਆ, ਕੋਈ ਗੱਲ ਨਹੀਂ, ਪਾਠ ਕਰ ਲੈਂਦੇ ਆ, ਸੇਵਾ ਕਰ ਲੈਂਦੇ ਆ, ਕਹਿ ਕੇ ਆਪ ਲੰਘ ਜਾਂਦਾ ਵਿੱਚ। ਫਿਰ ਇਹ ਨਹੀਂ ਪਤਾ ਲੱਗਦਾ ਜਪਜੀ ਸਾਹਿਬ ਪੜ੍ਹਿਆ ਕਿ ਰਹਿਰਾਸ ਪੜ੍ਹਦੀ, ਨਹੀਂ ਪਤਾ ਲੱਗਦਾ। ਗੁਰੂ ਬਾਬਾ ਜੀ ਕਹਿੰਦੇ ਭਾਈ ਮਨ ਹੈ ਕਿੱਥੇ? ਜਿੱਦਣ ਗੁਰੂ ਦੇ ਸ਼ਬਦ ਦੁਆਰਾ ਵਸ ਆ ਗਿਆ ਨਾ, ਕਹਿੰਦੇ ਇਹ ਹਿਰਦੇ ਵਿੱਚ ਵਸ ਜਾਂਦਾ। ਸਤਿਨਾਮ। ਧੁਨੀ ਚ ਉੱਠ ਕੇ ਹਿਰਦੇ ਚ ਵਸਿਆ ਤੇ ਫਿਰ ਘਰ ਸੁਖ ਵਸਿਆ, ਬਾਹਰ ਸੁਖ ਪਾਇਆ। ਕਦੋਂ? ਕਹੋ ਨਾਨਕ ਗੁਰਮੰਤਰ ਰੜਾਇਆ। ਪਾਤਸ਼ਾਹ ਕਹਿੰਦੇ ਜਦੋਂ ਗੁਰਮੰਤਰ ਨੂੰ ਰੜਾਏਗਾ, ਗੁਰੂ ਦੇ ਮੰਤਰ ਨੂੰ ਗਾਏਗਾ, ਆਨੰਦ ਬਣ ਜੂ। ਵਾਹਿਗੁਰੂ 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 ਵਾਹਿਗੁਰੂ।